ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ, ਔਰ ਇਹਨਾਂ ਦੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ, ਇੰਡੀਅਨ ਐਕਸਪ੍ਰੈਸ ਤੋਂ। ਦੋਨਾਂ ਨੂੰ ਜਿਉਂ ਆਇਆ। ਥੈਂਕ ਯੂ, ਸ਼ੁਕਰੀਆ ਜੀ। ਸਰਦਾਰ ਹਮੀਰ ਸਿੰਘ ਜੀ, ਹਾਲਾਤ ਬੜੇ ਸੰਜੀਦਾ ਹੋ ਗਏ। ਅਕਾਲੀ ਦਲ ਸੰਕਟ ਦੇ ਸਾਹਮਣੇ ਹੈ। ਚਾਰਜਸ਼ੀਟ ਦਾਇਰ ਕਰਨ ਦਾ ਅਰਥ ਇਹ 307 ਨਾਲ ਸੰਬੰਧਿਤ ਹੈ। 302 ਦੀ ਵੀ ਸਾਹਮਣੇ ਖੜੀ ਹੋ ਸਕਦੀ ਹੈ। SIT 9 ਨਿਹਾਲ ਸਿੰਘ ਵਾਲੀ ਦੀ ਰਿਪੋਰਟ ਵੀ ਸਬਮਿਟ ਹੋਣ ਦੇ ਵਿੱਚ ਕੋਈ ਬਹੁਤੀ ਦੇਰੀ ਦੱਸੀ ਦੀ ਨਹੀਂ। ਐਸੇ ਹਾਲਾਤ ਦੇ ਵਿੱਚ ਸਰਕਾਰ ਦਾ ਨੁਕਤਾ ਨਜ਼ਰ, ਅਦਾਲਤਾਂ ਦੀ ਪ੍ਰਕਿਰਿਆ ਔਰ ਬਾਦਲਕਿਆਂ ਵੱਲੋਂ ਲਏ ਜਾਣ ਵਾਲੇ ਕਦਮ, ਇਹਦੇ ਉੱਤੇ ਬੜੀ ਨਜ਼ਰ ਹੈ। ਤੁਰੰਤ ਐਂਟੀਸਪੇਟਰੀ ਜਾਂ ਤੁਰੰਤ ਗ੍ਰਿਫਤਾਰੀ, ਇਹਦਾ ਪੋਲੀਟੀਕਲ ਐਂਗਲ ਕੀ ਹੋਊਗਾ? ਮਾਸ ਮੂਵਮੈਂਟ ਜਾਂ ਇਹਦੇ ਉੱਤੇ ਕੋਈ ਲੋਕਾਂ 'ਚ ਜਾਣ ਵਾਲੀ ਗੱਲ ਤੁਰੰਤ ਪ੍ਰਭਾਵ ਨਾਲ ਹਜਮ ਹੁੰਦੀ ਦਿਸਦੀ ਨਹੀਂ, ਜਿਵੇਂ ਅਕਾਲੀ ਦਲ ਦਾਅਵਾ ਕਰ ਰਿਹਾ। ਇਹ ਸਾਰੀਆਂ ਚੀਜ਼ਾਂ, ਸਾਰੇ ਨੁਕਤਾ ਨਜ਼ਰ ਤੋਂ ਇੱਕ ਵਾਰੀ ਇਹਦੇ ਨਾਲ ਸਾਂਝ ਪਵਾ ਦਿਓ ਤਾਂ ਕਿ ਇਹਨੂੰ ਅਸੀਂ ਚਰਚਾ 'ਚ ਲਿਆ ਸਕੀਏ। ਹਾਂ, ਬਿਲਕੁਲ। ਚਲਾਨ ਪੇਸ਼ ਕਰਨ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਆਪਣੀ ਇੱਕ ਮੀਟਿੰਗ, ਜਿਹੜੀ ਐਮਰਜੈਂਸੀ ਟਾਈਪ ਮੀਟਿੰਗ ਕੱਲ ਕੀਤੀ ਹੈ, ਕਿਉਂਕਿ ਪਰਸੋਂ ਦੀਆਂ ਘਟਨਾਵਾਂ ਸੀ, ਕੱਲ ਕੀਤੀ ਹੈ, ਜਿਸ 'ਚ ਸਾਰੇ ਸੀਨੀਅਰ ਲੀਡਰ ਉਹਦੇ ਵਿੱਚ ਇਨਵੋਲਵ ਸੀਗੇ। ਉੱਥੇ ਸਾਰੀਆਂ ਵਿਚਾਰਾਂ ਹੋਈਆਂ ਕਿ ਇਸ ਸੰਕਟ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ। ਨਾਰਮਲੀ ਤਾਂ ਇਹ ਫੈਸਲਾ ਹੋਇਆ ਹੀ ਆ ਕਿ ਉਹ ਐਂਟੀਸਪੇਟਰੀ ਬੇਲ ਲਈ ਜਾਣਗੇ, ਪਹਿਲਾਂ ਡਿਸਟ੍ਰਿਕਟ ਕੋਰਟ 'ਚ ਜਾਣਗੇ ਤੇ ਉਸ ਤੋਂ ਬਾਅਦ ਹਾਈ ਕੋਰਟ 'ਚ ਜਾਣਗੇ। ਤੇ ਉੱਥੇ ਕੀ ਹੁੰਦਾ, ਬੇਲ ਮਿਲ ਜਾਂਦੀ ਆ। ਉਹਨਾਂ ਦੀ ਸਾਰੇ ਜੱਜਮੈਂਟਾਂ ਇਹ ਸੀਗਾ ਕਿ ਸ਼ਾਇਦ ਬੇਲ ਮਿਲ ਜਾਏਗੀ, ਹਾਲਾਂਕਿ ਨਾਨ ਬੇਲੇਬਲ ਇਸ ਲਈ ਜਾਣਾ ਪਏਗਾ। ਉਹ ਤਾਂ ਇਹਨਾਂ ਨੇ ਡਿਸਾਈਡ ਕਰ ਲਿਆ ਕਿ ਜਾਣਗੇ ਕੋਰਟ ਦੇ ਵਿੱਚ। ਔਰ ਇੱਕ ਉਸ ਮੀਟਿੰਗ 'ਚ ਇਹ ਚਰਚਾ ਵੀ ਹੋਈ ਕਿ 6 ਮਾਰਚ ਅਗਲੀ ਹੀਅਰਿੰਗ ਹੈ ਐਸੇ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਤੇ ਸਾਰੇ ਮਾਮਲੇ ਦੇ ਵਿੱਚ। ਔਰ ਮੈਂ ਦੂਸਰੇ ਪਾਸਿਆਂ ਤੋਂ ਚੈੱਕ ਕੀਤਾ, ਉਹਨਾਂ ਨੇ ਅਜੇ ਤੱਕ ਕਿਹਾ ਕਿ ਅਕਿਊਜ਼ਡ ਨੂੰ ਸੱਦਿਆ ਨਹੀਂ ਗਿਆ, ਪਰ ਅਕਾਲੀ ਦਲ ਦੀ ਮੀਟਿੰਗ 'ਚ ਡਿਸਕਸ ਜ਼ਰੂਰ ਹੋਈ ਹੈ ਕਿ ਉਹਨਾਂ ਨੇ 6 ਤਰੀਕ ਨੂੰ ਉੱਥੇ 6 ਮਾਰਚ ਨੂੰ ਅਦਾਲਤ 'ਚ ਜਾਣਾ ਹੈ ਜਾਂ ਸੱਦਿਆ ਗਿਆ ਹੈ। ਇਟ ਮੀਨਸ ਜੇ ਅਦਾਲਤ ਨੇ ਸੱਦਿਆ ਜਾਂ ਉਹਨਾਂ ਨੂੰ ਕੋਈ ਇਹੋ ਜਿਹੀ ਸੂਚਨਾ ਹੈ ਜਾਂ ਜਾਣਾ ਹੈ ਤਾਂ ਉੱਥੇ ਡਿਸਾਈਡ ਹੋ ਜਾਏਗਾ। ਜੇ ਤਾਂ ਉਦੋਂ ਪਹਿਲਾਂ ਐਂਟੀਸਪੇਟਰੀ ਬੇਲ ਮਿਲਦੀ ਹੈ ਠੀਕ ਹੈ, ਨਹੀਂ ਉਦੋਂ ਬਾਅਦ ਉਸ ਅਦਾਲਤ 'ਚ ਫੈਸਲਾ ਹੋਣਾ ਕਿ ਕੀ ਕਰਨਾ ਕੀ ਨਹੀਂ ਕਰਨਾ, ਜੋ ਵੀ ਤਰੀਕਾ ਹੋਏ। ਪਰ ਉਹ ਲੱਗੇ ਜ਼ਰੂਰ ਨੇ, ਔਰ ਜਿੰਨੀਆਂ ਕੁ ਸੂਚਨਾਵਾਂ ਆ ਰਹੀਆਂ ਨੇ ਸਾਰੇ ਕਿਤੇ, ਉਹ ਕਹਿੰਦੇ ਬੜੀ ਸੀਰੀਅਸਨੈਸ ਨਾਲ ਲੱਗੇ ਹੋਏ ਨੇ। ਹਾਈ ਕੋਰਟ ਦੇ ਲਗਭਗ 20-22 ਟੌਪ ਦੇ ਵਕੀਲ ਜਿਹੜੇ ਨੇ, ਟੋਟਲੇ ਕੇਸ 'ਚ ਫਸੇ ਸਾਰੇ ਬੰਦਿਆਂ ਦੇ ਨਾਲ ਅੰਗੇਜ ਕਰ ਦਿੱਤੇ ਗਏ ਨੇ, ਜਿੰਨੇ ਵੀ ਬੰਦੇ, ਚਾਹੇ ਪੁਲਿਸ ਵਾਲੇ ਨੇ, ਚਾਹੇ ਮਤਲਬ ਇਹ ਹੁਣ ਪੋਲੀਟੀਕਲੀ ਦੋ ਆਏ ਨੇ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ। ਬੜਾ ਸੀਰੀਅਸਲੀ, ਕਿਉਂਕਿ ਉਹ ਮੌਕਾ ਨਹੀਂ ਜਾਣ ਦੇਣਾ ਚਾਹੁੰਦੇ ਲੀਗਲ ਪੱਖ ਤੋਂ ਕਿਤੇ ਵੀ। ਜਦੋਂ ਤੁਸੀਂ ਆਪਣੇ ਪਾਸੇ ਕਰ ਲੈਂਦੇ ਹੋ ਜ਼ਿਆਦਾ ਵੱਡੇ ਵਕੀਲ, ਤਾਂ ਦੂਜੇ ਪਾਸੇ ਕਈ ਵਾਰ ਉਸ ਲੈਵਲ ਦੀ ਗੱਲ ਨਹੀਂ ਰਹਿੰਦੀ। ਚਾਰਾਜੋਈ ਬੜੀ ਸੀਰੀਅਸਲੀ ਹੋ ਰਹੀ ਹੈ। ਹਾਂ, ਜਿਹੜੀ ਗੱਲ ਹੈਗੀ ਹੈ ਪੋਲੀਟੀਕਲੀ ਉਸ ਪੱਧਰ ਦੇ ਉੱਤੇ ਕਿ ਜੀ ਕੋਈ ਮੂਵਮੈਂਟ ਜਾਊ, ਉਹ ਮੈਨੂੰ ਲੱਗਦਾ ਬੈਠਕ ਦੇ ਵਿੱਚ ਇਹੀ ਹੋ ਗਿਆ, ਸ਼ਾਇਦ ਜ਼ਮਾਨਤ ਮਿਲ ਜਾਣੀ ਆ। ਅੱਗੇ ਬਹੁਤ ਜ਼ਿਆਦਾ ਮੂਵ ਵਾਲੀ, ਕੋਈ ਸਟ੍ਰੈਟਜੀ ਵਾਲੀ, ਕੋਈ ਬਾਕੀ ਗੱਲ ਅਜੇ ਸਿਆਸੀ ਮੂਵਮੈਂਟ ਵਾਲੀ ਮੀਟਿੰਗ ਦੇ ਵਿੱਚ ਬਣਦੀ ਨਜ਼ਰ ਨਹੀਂ ਆਈ ਉਸ ਪੱਧਰ ਦੇ ਉੱਤੇ ਜਿਹੜੀ ਉਹਨਾਂ ਨੇ ਕੀਤੀ ਗਈ ਮੀਟਿੰਗ, ਜਿਹੜੇ ਵੀ ਲੀਡਰਸ਼ਿਪ ਉਹਦੇ 'ਚ ਇਨਵੋਲਵ ਸੀ ਜਾਂ ਬਾਕੀ ਸੀ। ਹੁਣ ਕਰੂਸ਼ਲ ਸਵਾਲ ਉਹਨਾਂ ਸਾਹਮਣੇ ਇਹ ਆ ਰਿਹਾ ਹੈ ਜਿਹੜਾ ਸਭ ਤੋਂ ਬੜਾ ਹੈ, ਔਰ 300 ਸਵਾਲ ਉਹਨਾਂ ਨੇ ਭੇਜੇ ਸੀ, ਲਗਭਗ 300 ਸਵਾਲਾਂ ਦਾ ਰਿਟਨ ਜਵਾਬ ਗਿਆ ਹੈ, ਕਿਉਂਕਿ 3 ਵਾਰ ਪੁੱਛ-ਗਿੱਛ ਹੋਈ ਹੈ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਮੁੱਦੇ ਤੇ। ਉਹਨਾਂ ਨੇ ਉਹਨਾਂ ਨਾਲ ਮੈਚ ਕੀਤਾ। ਉਦੋਂ ਬਾਅਦ ਜਿਹੜੀ ਨਵੀਂ SIT ਜਿਹੜੀ LK ਯਾਦਵ ਵਾਲੀ ਸੀ, ਕਿੱਥੇ ਕਿੱਥੇ ਕੀ ਹੋਇਆ, ਉਹਦੇ ਨਾਲ ਕਹਿੰਦੇ ਨੇ ਉਹਦੇ ਤੋਂ ਰਾਤ ਤੱਕ ਵੀ ਗਏ ਨੇ, IB ਤੱਕ, ਡਿਫਰੈਂਟ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਨੇ। ਔਰ ਜਿਹੜੀ ਗੱਲ ਉਹ ਕਰਨਾ ਚਾਹੁੰਦੇ ਨੇ ਕਿ ਸੁਖਬੀਰ ਬਾਦਲ ਇੱਕ ਗੱਲ ਤੇ ਬੜੇ ਅਡਿੱਗ ਰਹੇ ਲਗਾਤਾਰ ਕਿ ਮੈਂ ਇੱਥੇ ਨਹੀਂ ਸੀ, ਮੈਂ ਮਤਲਬ ਜਾਪਾਨ ਗਿਆ ਹੋਇਆ ਸੀ। ਉਹ ਕਹਿੰਦੇ ਨੇ ਉਹਨਾਂ ਨੇ ਸਾਬਤ ਇਹ ਕੀਤਾ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਇੰਡੀਆ ਦੇ ਅੰਦਰ ਸੀਗੇ, ਤੇ ਜਿਹੜਾ ਉਹਦੇ ਨਾਲ ਕੋਈ ਤੱਥ ਲਾਏ ਨੇ ਜਾਂ ਜਿਹਦੀਆਂ ਰਿਪੋਰਟਾਂ ਲਾਈਆਂ ਨੇ ਇੰਟਰਨੈਸ਼ਨਲ ਸਾਡੀਆਂ ਨੈਸ਼ਨਲ ਏਜੰਸੀਆਂ ਦੀਆਂ ਜਾਂ ਬਾਕੀ, ਇਹ ਨੁਕਤਾ ਵੀ ਤੇ ਹੋਰ ਕਈ ਕੰਟਰਾਡਿਕਟਰੀ ਨੁਕਤੇ ਨੇ ਜੋ ਜਵਾਬ ਭਰੇਗੇ ਤੇ ਜੋ ਉਹਦੇ ਮੁਕਾਬਲੇ ਉਹਨਾਂ ਨੇ ਤੱਥ ਉਸ ਰੂਪ ਦੇ ਵਿੱਚ ਪੇਸ਼ ਕੀਤੇ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਹੋਣਾ। ਉਹਦੇ ਕਰਕੇ ਉਲਝਣ ਜੀ ਥੋੜੀ ਜਿਹੀ ਸੀਰੀਅਸ ਇਸ ਲਈ ਵੱਧ ਰਹੀ ਹੈ ਕਿਉਂਕਿ ਇੱਕ ਤਾਂ ਇਹ 307 ਤੱਕ ਨੇ। ਦੂਜਾ ਜਿਹੜਾ ਕੇਸ ਚੱਲ ਰਿਹਾ ਬਹਿਬਲ ਕਲਾਣਾ, ਉਹਦੀ 29 ਅਪ੍ਰੈਲ ਨੂੰ ਹੀਅਰਿੰਗ ਆਲਰੇਡੀ ਹੈਗੀ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਦੇ ਵਿੱਚ, ਔਰ ਹੁਣ 29 ਅਪ੍ਰੈਲ ਤੋਂ ਪਹਿਲਾਂ ਤਾਂ ਉਹ ਆਉਣੀ ਹੈ, ਪਰ ਉਹ ਕਹਿ ਰਹੇ ਨੇ ਮਤਲਬ ਉਹਨਾਂ ਦੇ ਅੰਦਰ ਇੱਕ ਚਰਚਾ ਹੋਈ ਹੈ ਵੀ ਸੰਭਵ ਹੈ ਉਹ ਅਗਲੇ ਹਫ਼ਤੇ ਨਾ ਕਿਤੇ ਨੌਨਿਹਾਲ ਵਾਲੀ ਉਹ ਵੀ ਆ ਜਾਏ, 6 ਮਾਰਚ ਤੋਂ ਪਹਿਲਾਂ ਆ ਜਾਏ। ਤੇ ਉਹ ਜੇ ਪਹਿਲਾਂ ਆ ਜਾਂਦੀ ਹੈ ਤਾਂ ਉਹਦੇ 'ਚ 302 ਵੀ ਲੱਗ ਜਾਂਦੀ ਹੈ, ਬਾਕੀ ਚੀਜ਼ਾਂ ਲੱਗ ਜਾਂਦੀਆਂ ਨੇ, ਤਾਂ ਜ਼ਮਾਨਤ ਤੇ ਵੀ ਅਸਰ ਉਸ ਗੱਲ ਨਾਲ ਪੈ ਸਕਦਾ ਜੇਕਰ ਉਹ ਇੱਕ ਨਾਲ ਐਡੀਸ਼ਨਲ ਚੀਜ਼ਾਂ ਆ ਜਾਂਦੀਆਂ ਨੇ, ਕਿਉਂਕਿ ਇਹ 'ਚ ਕੁਛ ਐਡੀਸ਼ਨਲ ਨਾ ਇਹ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਏ ਨਾ ਕਿ ਕਨਸਪੀਰੇਸੀ ਹੋਈ ਆ ਉਹ ਤੱਥਾਂ ਨੂੰ ਬਟਾਉਣ 'ਚ ਜਾਂ ਪਰਦਾ ਪਾਉਣ 'ਚ ਜਾਂ ਬਾਕੀ ਦੀਆਂ ਚੀਜ਼ਾਂ ਦੇ ਵਿੱਚ, ਤੇ ਉਹਦਾ ਹੀ ਆਧਾਰ ਫਿਰ ਅੱਗੇ ਬਣਦਾ ਜਾ ਕੇ ਬਹਿਬਲ ਕਲਾਂ ਜਿਹੜਾ ਉਹ 2 ਬੰਦਿਆਂ ਦਾ
ਕਤਲ ਦਾ ਸਵਾਲ ਹੈ, ਜਿਹੜੇ 2 ਸ਼ਹਾਦਤ ਦੀ ਗੱਲ ਕਰਦੇ ਨੇ। ਇਹ ਸਾਰਾ ਲਬੋ-ਲਾਭ ਜਿਹੜਾ ਸਾਡੇ ਸਾਹਮਣੇ ਹੈ, ਮਤਲਬ ਅਕਾਲੀ ਦਲ ਦੇ ਉੱਤੇ ਇੱਕ ਸੰਕਟ, ਖਾਸ ਤੌਰ ਤੇ ਪ੍ਰਧਾਨ ਤੇ ਬਾਦਲ ਪਰਿਵਾਰ ਤੇ, ਜਿਹੜਾ ਅੱਜ ਤੱਕ ਉਸ ਲੈਵਲ ਤੇ ਦਿਖਾਈ ਦੇ ਰਿਹਾ, ਇਹ ਕਾਫੀ ਸੀਰੀਅਸ ਉਹਨਾਂ ਨੂੰ ਨਜ਼ਰ ਆ ਰਿਹਾ ਇਸ ਐਂਗਲ। ਬਾਕੀ ਲੱਗਦਾ ਉਹਨਾਂ ਨੂੰ ਵੀ ਕੋਈ ਗੱਲ ਨਹੀਂ, ਸ਼ਾਇਦ ਕੋਰਟ 'ਚ ਖੜੇ ਨਾ ਖੜੇ, ਉਹ ਤਾਂ ਹੁਣ ਬਾਅਦ ਦੀਆਂ ਗੱਲਾਂ ਨੇ। ਸਟ੍ਰੈਟਜੀ ਇਹ ਹੈ ਕਿ ਇਹ ਕੇਸ ਅੱਗੇ ਸੁਣਵਾਈ ਤੱਕ, ਅੱਗੇ ਤੱਕ ਚਾਬੀ ਨਾ ਚਲਾਣ, ਕਿਵੇਂ ਨਾ ਕਿਵੇਂ ਹੁਣ ਖਾਰਜ ਹੋ ਜੇ। ਉਦੋਂ ਪਹਿਲਾਂ ਜਿਵੇਂ ਉਹਦੀ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਵਾਲੀ ਹਾਈ ਕੋਰਟ 'ਚ ਖਾਰਜ ਹੋ ਗਈ ਸੀ, ਕਹਿਤਾ ਸੀ ਕਿ ਇਹ ਰਿਪੋਰਟ ਨਹੀਂ ਹੈ, ਤਾਂ ਉਹੀ ਜੀ ਰਣਨੀਤੀ ਕੋਈ ਇਸ ਤਰੀਕੇ ਦੀ ਹੋ ਸਕਦੀ ਹੈ, ਨਹੀਂ ਹੋ ਸਕਦੀ, ਇਹ ਵਕੀਲਾਂ ਨਾਲ ਉਹਨਾਂ ਦਾ ਰਾਏ ਕਰਨ ਦੇ ਜਿਹੜੇ ਸਾਰੇ ਮਾਮਲੇ ਨੇ। ਔਰ ਹੁਣ ਇਹ ਗੱਲਾਂ ਬਹੁਤੀ ਦੂਰ ਦੀਆਂ ਨਹੀਂ, ਮਤਲਬ 6 ਮਾਰਚ ਬਹੁਤੀ ਦੂਰ ਨਹੀਂ ਹੈ, ਇੱਕੋ ਹੀ ਹਫ਼ਤਾ ਵਿੱਚ ਹੈ। ਤਾਂ ਇਹ ਘਟਨਾਵਾਂ, ਆ ਪੂਰਾ ਜਿਹੜਾ ਹਫ਼ਤਾ, ਇਹਦੇ 'ਚ ਕਾਫੀ ਦਿਲਚਸਪੀ ਲੋਕਾਂ ਦੀ ਉਸ ਪੱਧਰ ਦੇ ਉੱਤੇ ਰਹੇਗੀ ਕਿ ਕੀ ਹੋ ਰਿਹਾ ਅਕਾਲੀ ਦਲ ਦੇ ਨਾਲ ਜੀ। ਕਿਉਂਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੁੰਦੀ ਹੈ ਹਾਈ ਕੋਰਟ ਦੇ ਵਿੱਚੋਂ, ਉਸ ਵੇਲੇ ਹਾਈ ਕੋਰਟ ਦੇ ਆਦੇਸ਼ ਉੱਤੇ ਹੀ ਇਹ ਸਿੱਟ ਬਣੀ ਆ ਤੇ ਦੂਜੀ ਸਿੱਟ ਵੀ। ਔਰ ਕਿਉਂਕਿ ਹਾਈ ਕੋਰਟ ਨੇ ਇਹਨੂੰ ਸਮਾਂਬੱਧ ਵੀ ਕੀਤਾ ਸੀਗਾ, ਹੁਣ ਜੇਕਰ ਬਾਦਲ ਕਿ ਇਸ ਮਾਮਲੇ 'ਚ ਹਾਈ ਕੋਰਟ 'ਚ ਇਹਨੂੰ ਖਾਰਜ ਕਰਵਾਉਣ ਲਈ ਜਾਂਦੇ ਆ, ਤੇ ਇਹ ਇਸ ਵਾਰੀ ਓਡਾ ਆਸਾਨ ਨਹੀਂ ਰਹਿਣ ਵਾਲਾ। ਇਹ ਕਾਨੂੰਨੀ ਨੁਕਤਾ ਨਜ਼ਰ ਤੋਂ ਇਹ ਗੱਲ ਦੇਖੀ ਜਾ ਰਹੀ ਹੈ। ਸਰਦਾਰ ਜਗਤਾਰ ਸਿੰਘ ਜੀ, ਜਿਸ ਤਰੀਕੇ ਨਾਲ ਇਹ ਚੀਜ਼ਾਂ ਵਾਪਰੀਆਂ ਨੇ ਇਹਨਾਂ ਦਿਨਾਂ ਦੇ ਵਿੱਚ, ਹਾਲਾਂਕਿ 2-3 ਵਾਰੀ ਇਹਦੇ ਸੰਬੰਧੀ ਭਰੋਸਾ ਦਿੱਤਾ ਸੀ ਮੋਰਚੇ ਵਾਲਿਆਂ ਨੂੰ ਕਿ ਅਸੀਂ ਕਰ ਰਹੇ ਹਾਂ, ਜਦੋਂ ਹੁਣ ਇਹਦੀ ਟਾਈਮਿੰਗ ਨੂੰ ਦੇਖੀਏ, ਹੁਣ ਜਿਸ ਤਰੀਕੇ ਨਾਲ ਇਹ ਸਾਰਾ ਵਲੇਵਾਂ ਪਾਇਆ ਗਿਆ, ਉਸ ਤੋਂ ਬਾਅਦ ਅਕਾਲੀ ਦਲ ਕੋਲ ਬਦਲ ਕੀ ਬਚਦੇ ਆ? ਇਹਦੇ ਵਿੱਚੋਂ ਨਿਕਲਣਾ ਇੰਨਾ ਆਸਾਨ ਰਹੂਗਾ? ਇਹਨੂੰ ਕਾਨੂੰਨੀ ਦਾਅ ਪੇਚਾਂ ਨਾਲ ਸਿੱਝਿਆ ਜਾ ਸਕੂਗਾ? ਕਿਉਂਕਿ ਜਿਵੇਂ ਸਰਦਾਰ ਹਰਮੀਤ ਸਿੰਘ ਹੋਰੀ ਕਹਿ ਰਹੇ ਕਿ ਸਾਰੇ ਦੇ ਸਾਰੇ ਹੀ ਜਿਹੜੇ ਲਾਇਰ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖਣ ਵਾਲੇ, ਕ੍ਰਿਮੀਨਲ ਖੇਤਰ ਦੇ ਵਿੱਚ ਜਿਨ੍ਹਾਂ ਦੀ ਪਕੜ ਹੈ, ਜੇ ਸਾਰੇ ਦੇ ਸਾਰੇ ਅੰਗੇਜ ਕਰ ਲਏ, ਭਾਵੇਂ ਉਹ ਕਿਸੇ SHO ਨੇ ਕਰ ਲਿਆ, ਭਾਵੇਂ ਪਹਿਲਾਂ ਵੀ ਰੌਲਾ ਪੈਂਦਾ ਰਿਹਾ ਕਿ 20-20 ਲੱਖ ਦੀਆਂ ਤਰੀਕਾਂ, 20-20 ਲੱਖ ਰੁਪਏ ਫੀਸ ਲੈਣ ਵਾਲੇ ਇੱਕ ਤਰੀਕ ਦੀ, ਉਹ ਲੋਕ ਜੇਕਰ ਕਿਸੇ SHO ਜਾਂ ਕਿਸੇ ਛੋਟੇ ਪੁਲਿਸ ਅਧਿਕਾਰੀ ਦੇ ਪੱਧਰ ਤੇ ਪੇਸ਼ ਹੋ ਰਿਹਾ, ਤੇ ਉਹਨਾਂ ਲਈ ਪੈਸੇ ਕੌਣ ਅਦਾ ਕਰ ਰਿਹਾ? ਉਦੋਂ ਵੀ ਰੌਲੇ ਪਏ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਵਾਲੀ ਖਾਰਜ ਹੋਈ ਸੀ। ਸੋ ਇਹ ਜਿਹੜਾ ਸਵਾਲ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਇਹ ਹੁਣ ਸਵਾਲ ਪੰਜਾਬ ਦੀ ਰਾਜਨੀਤੀ ਨੂੰ ਅਸਰਅੰਦਾਜ਼ ਕਰੂਗਾ। ਅਕਾਲੀ ਲੀਡਰਸ਼ਿਪ ਦਾ ਜਿਹੜਾ ਢਾਂਚਾ ਹੈ, ਉਹਦੇ 'ਚ ਵੀ ਵੱਡੇ ਬਦਲਾਅ ਵੱਲ ਔਲ ਰਿਹਾ ਸਾਰਾ ਵਾਤਾਵਰਨ। ਬਾਦਲ ਕੇ ਸੀਨ ਤੋਂ ਲਾਂਭੇ ਵੀ ਹੋ ਸਕਦੇ ਆ ਜੀ, ਤੁਹਾਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਦੇਖ ਕੇ? ਦੇਖੋ, ਮੈਂ ਟੈਕਨੀਕਲ ਤੇ ਲੀਗਲ ਐਸਪੈਕਟ ਦੀ ਤਾਂ ਚਲੋ ਮੈਨੂੰ ਕੋਈ ਬਹੁਤੀ ਸਮਝ ਹੈ ਨਹੀਂ, ਆਪਾਂ ਥੋੜੀ ਜਿਹੀ ਗੱਲ ਮੈਂ ਸਿਆਸੀ ਇਹਦੇ ਬਾਰੇ ਕਰੂੰਗਾ। ਅਕਾਲੀ ਦਲ ਨੇ ਕੱਲ ਸਟੈਂਡ ਲਿਆ ਕਿ ਇਹ ਸਾਡੀ ਪ੍ਰੋਸੀਕਿਊਸ਼ਨ ਨਹੀਂ, ਪ੍ਰੋਸੀਕਿਊਸ਼ਨ ਹੈ। ਜੇ ਪ੍ਰੋਸੀਕਿਊਸ਼ਨ ਹੈ, ਫਿਰ ਤਾਂ ਬਾਦਲ ਪਰਿਵਾਰ ਕੋਲੇ ਤੇ ਅਕਾਲੀ ਦਲ ਕੋਲੇ ਬਹੁਤ ਵਧੀਆ ਮੌਕਾ ਹੈ ਆਪਣੀ ਇਨੋਸੈਂਸ ਪ੍ਰੂਵ ਕਰਨ ਦਾ। ਬਾਦਲ ਸਾਹਿਬ ਸਿਰਫ ਪੰਥ ਰਤਨ ਹੀ ਨਹੀਂ, ਉਹ ਫਖਰੇ ਕੌਮ ਪੰਥ ਰਤਨ ਦੀ ਉਹਨਾਂ ਨੂੰ ਉਪਾਧੀ ਮਿਲੀ ਹੋਈ ਹੈ। ਔਰ ਸਿੱਖਾਂ ਦੇ ਫਖਰੇ ਕੌਮ ਪੰਥ ਰਤਨ ਤੇ ਇਹੋ ਜਿਹਾ ਇਲਜ਼ਾਮ ਲੱਗ ਜਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਜਿਹੜੀ ਹੋਈ ਉਸ ਨੈਰੇਟਿਵ ਦੇ ਵਿੱਚ ਉਹ ਵੀ ਸ਼ਾਮਿਲ ਹੈਗੇ ਹੈ, ਤੇ ਇਸ ਤੋਂ ਵੱਡੀ ਗੱਲ ਤਾਂ ਦੇਖੋ ਕੋਈ ਹੋ ਨਹੀਂ ਸਕਦੀ। ਤੇ ਉਹ ਕਹਿੰਦੇ ਵੀ ਅਸੀਂ ਇਹ ਪ੍ਰੂਵ ਕਰਾਂਗੇ ਅਸੀਂ ਇਨੋਸੈਂਟ ਹੈ ਤੇ ਫੇਸ ਕਰਨ ਨੂੰ ਤਿਆਰ ਹੈ। ਰਾਦਰ ਇਹ ਕਹਿਣ ਦੀ ਥਾਂ ਤੇ ਕਿ ਸਾਡੇ ਤੇ ਝੂਠਾ ਕੇਸ ਬਣਾਇਆ ਗਿਆ ਹੈ, ਇਹ ਬੋਲਡਲੀ ਕਹਿੰਦੇ ਕਿ ਜੇ ਮੋਰਲ ਕਰੇਜ ਸੀ ਕਿ ਸਾਡੇ ਤੇ ਝੂਠਾ ਕੇਸ ਹੈ, ਅਸੀਂ ਕੋਰਟ ਦੇ ਵਿੱਚ ਆਪਣੇ ਆਪ ਨੂੰ ਇਨੋਸੈਂਟ ਡਿਕਲੇਅਰ ਕਰਾਵਾਂਗੇ ਜੀ। ਇਹ ਇਹਨਾਂ ਨੇ ਲਾਈਨ ਦੂਜੀ ਲੈ ਲਈ ਕਿ ਅਸੀਂ ਸਾਨੂੰ ਫਸਾਇਆ ਗਿਆ ਹੈ। ਮੇਰੇ ਖਿਆਲ ਦੇ ਵਿੱਚ ਜੇ ਸਿਆਸੀ ਲਾਹਾ ਲੈਣਾ ਹੁੰਦਾ ਤੇ ਪਾਰਟੀ ਇਸ ਆਪ ਦੇ ਵਿੱਚ ਖੜੇ ਵੀ ਹੋ ਸਕਦੀ ਸੀ, ਪੰਥ ਨੂੰ ਮੋਬਿਲਾਈਜ਼ ਕਰਦੇ ਕਿ ਪੰਥ ਰਤਨ ਤੇ ਅਟੈਕ ਹੋਇਆ ਹੈ ਤੇ ਭਾਈ ਸਾਰੇ ਪੰਥ ਰਤਨ ਦੀ ਹਮਾਇਤ ਦੇ ਵਿੱਚ ਆਓ, ਜਾਂ ਪੰਥ ਰਤਨ ਫਿਰ ਆਪਣਾ ਵਾਪਸ ਕਰ ਦੇਣ। ਸੋ ਇਹ ਇਸ਼ੂ ਉਸ ਪਾਸਿਓਂ ਲੈਣ ਲਈ ਗੱਲ ਹੈਗੀ ਹੈ। ਜਿਹੜੀ ਗੱਲ ਤੁਸੀਂ ਕੀਤੀ ਪਾਰਟੀ ਬਚਦੀ ਹੈ ਕਿ ਨਹੀਂ ਬਚਦੀ, ਜਿਹੜਾ ਇਹਨਾਂ ਨੇ ਸਟੈਂਡ ਲੈ ਲਿਆ ਹੈ, ਮੇਰੇ ਖਿਆਲ 'ਚ ਉਹ ਇਹਨਾਂ ਦੀ ਜਿਹੜੀ ਬਾਕੀ ਲੀਡਰਸ਼ਿਪ ਹੈ ਉਹਨਾਂ ਨੂੰ ਵੀ ਦੁਬਧਾ 'ਚ ਪਾ ਦੂਗੀ ਕਿ ਹੁਣ ਕੀ ਕੀਤਾ ਜਾਵੇ। ਕਿਉਂਕਿ ਮੈਂ ਮੋਟੀ ਜਿਹੀ ਗੱਲ ਕਰਦਾ, ਬਾਕੀ ਸਾਰੀ ਗੱਲ ਛੱਡਦੀ ਹੈ, ਮੈਂ ਸੈਕਟਰੀ ਵਾਲੇ ਪਾਸੇ ਨਹੀਂ ਪੈਂਦਾ। ਜਿਹੜੀ ਪੁਲਿਸ ਇਹਨਾਂ ਦੀ ਆਪਣੀ FIR ਹੈ ਜਿਹੜੀ ਬਾਜਾ ਖਾਨਾ ਦੇ,
ਜਦੋਂ ਗੋਲੀ ਚੱਲੀ ਹੈ ਬਹਿਬਲ ਕਲਾਂ, ਉਹਦੇ 'ਚ ਲਿਖਿਆ ਹੋਇਆ ਵੀ ਪੁਲਿਸ ਅਣਪਛਾਤੀ ਸੀ। ਸੁਖਬੀਰ ਜੀ ਘੱਟੋ ਘੱਟ ਇਹ ਤਾਂ ਦੱਸ ਦਿੰਦੇ ਨਾ ਵੀ ਇਹ ਅਣਪਛਾਤੀ ਪੁਲਿਸ ਉਹਨਾਂ ਨੇ ਕਿੱਥੇ ਰੱਖੀ ਸੀ ਤੇ ਕਿੱਥੋਂ ਐਮੂਨੀਸ਼ਨ, ਉਹਨਾਂ ਨੂੰ ਆਰਮ ਤੇ ਐਮੂਨੀਸ਼ਨ ਕਿੱਥੋਂ ਇਸ਼ੂ ਕੀਤਾ ਸੀ। ਹੁਣ ਇਹਨਾਂ ਦੇ ਆਪਣੇ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਹੈ। ਅਸੀਂ ਤਾਂ ਹੁਣ ਨਵੀਂ ਸਰਕਾਰ ਦੇ ਰਿਕਾਰਡ ਦੀ ਗੱਲ ਨਹੀਂ ਕਰ ਰਹੇ, ਉਹਨਾਂ ਦੇ ਹੀ ਰਿਕਾਰਡ ਦੀ ਗੱਲ ਕਰ ਰਹੇ ਹਾਂ। ਜੇ ਉਹਨਾਂ ਦੇ ਰਾਜ ਦੇ ਵਿੱਚ ਪੁਲਿਸ ਵੀ ਅਣਪਛਾਤੀ ਸੀ ਤੇ ਇਹਦੀਆਂ ਦੇਖ ਲਓ ਵੀ ਰੈਪਰਕਸ਼ਨ ਕਿੱਥੋਂ ਤੱਕ ਜਾਂਦੀਆਂ। ਮਿਲੀਟੈਂਸੀ ਵੇਲੇ ਪੁਲਿਸ ਅਣਪਛਾਤੀ ਲੋਕਾਂ ਨੂੰ ਘਰੋਂ ਚੱਕ ਕੇ ਲਿਆਉਂਦੀ ਸੀਗੀ, ਮਾਰਕ ਪਾ ਦਿੰਦੀ ਸੀ, ਲਾਸ਼ਾਂ ਵੀ ਨਹੀਂ ਸੀ ਮਿਲਦੀਆਂ। ਕੀ ਇਹ ਉਹੀ ਢੰਗ ਤਰੀਕਾ ਅਪਣਾਇਆ ਗਿਆ ਵੀ ਪੁਲਿਸ ਅਣਪਛਾਤੀ ਹੋਵੇ? ਤੇ ਜਵਾਬ ਦੇ ਤਾਂ ਇਹਨਾਂ ਨੂੰ ਹੋਣਾ ਪਏਗਾ। ਇਹਦੇ 'ਚ ਇੱਕ ਸਵਾਲ ਹੋਰ ਵੀ ਹੈ ਕਿ ਤੁਸੀਂ ਪਿਛਲੇ 2 ਦਿਨ ਦੇ ਵਿੱਚ ਜਦੋਂ ਅਜਨਾਲੇ ਦੀਆਂ ਘਟਨਾਵਾਂ ਤੇ ਡੀਜੀਪੀ ਔਰ ਗ੍ਰਹਿ ਮੰਤਰੀ ਜਿਹੜੇ ਕਿ ਮੁੱਖ ਮੰਤਰੀ ਨੇ ਉਹਨਾਂ ਦਾ ਅਸਤੀਫਾ ਮੰਗ ਰਹੇ ਹੋ, ਉਸ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਸੀਗੀ ਕਿ ਇਹ ਸਾਰੇ ਦੀ ਸਾਰੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਦੀ ਹੁੰਦੀ ਆ, ਮੁੱਖ ਮੰਤਰੀ ਦੀ ਹੁੰਦੀ। ਇਹਦਾ ਮਤਲਬ ਹੈ ਕਿ ਤੁਸੀਂ ਸਿੱਧੇ ਰੂਪ 'ਚ ਤਾਂ ਮੰਨਦੇ ਹੋ ਕਿ ਜੋ ਕੁਝ ਵੀ ਉਦੋਂ ਵਾਪਰਿਆ, ਜੇ ਹੁਣ ਵਾਲੀ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਹੈ। ਹੁਣ ਵੀ ਲੋਕ ਕਹਿ ਰਹੇ ਆ ਔਰ ਅਸੀਂ ਸਾਰੇ ਕਹਿ ਰਹੇ ਆ ਕਿ ਇੱਥੇ ਸਰਕਾਰ ਦਾ ਫੇਲੀਅਰ ਅਜਨਾਲੇ ਵਾਲੇ ਮਾਮਲੇ 'ਚ ਹੋਇਆ। ਤੁਸੀਂ ਤਾਂ ਬਹੁਤ ਮੁੱਢਲੇ ਦੌਰ 'ਚ ਸਰਦਾਰ ਜਗਤਾਰ ਸਿੰਘ ਜੀ ਕਹਿਤਾ ਸੀ, ਪਰ ਹੁਣ ਜੇ ਸੁਖਬੀਰ ਸਿੰਘ ਬਾਦਲ ਅੱਜ ਇਹ ਗੱਲ ਨੂੰ ਤਸਦੀਕ ਕਰ ਰਹੇ ਆ ਤੇ ਉਸ ਦਿਨ ਦੀ ਘਟਨਾ ਨੂੰ ਤੁਸੀਂ ਕਿਵੇਂ ਦਰਕਨਾਰ ਨਜ਼ਰਅੰਦਾਜ਼ ਕਰ ਸਕਦੇ ਹੋ ਕਿ ਤੁਹਾਡੀ ਜ਼ਿੰਮੇਵਾਰੀ ਨਹੀਂ ਸੀ ਬਤੌਰ ਗ੍ਰਹਿ ਮੰਤਰੀ, ਬਤੌਰ ਸਰਕਾਰ ਦੇ ਕਰਤਾ ਧਰਤਾ? ਇਹ ਜ਼ਿੰਮੇਵਾਰੀ ਤੋਂ ਆਪਣੀ ਤੋਂ ਨਹੀਂ ਭੱਜ ਸਕਦੇ। ਇਹ ਕੰਟਰਡਿਕਸ਼ਨ ਆ ਗਈ। ਤੁਸੀਂ ਠੀਕ ਪੁਆਇੰਟ ਫੜਿਆ ਇਸ ਵੇਲੇ ਕਿ ਜੇ ਤੁਸੀਂ ਹੁਣ ਦੀ ਸਰਕਾਰ ਦਾ ਅਸਤੀਫਾ ਮੰਗਦੇ ਆ ਮੋਰਲ ਰਿਸਪੌਂਸਿਬਿਲਿਟੀ ਤੇ, ਭਾਈ ਤੁਸੀਂ ਉਸ ਵੇਲੇ ਜ਼ਿੰਮੇਦਾਰ ਸੀ ਜੋ ਕੁਝ ਪੰਜਾਬ ਦੇ ਵਿੱਚ ਹੋਇਆ। ਪੰਜਾਬ ਦੇ ਵਿੱਚ ਅੱਗ ਲੱਗ ਗਈ ਸੀ, ਇਸ ਤੋਂ ਜ਼ਿਆਦਾ ਡਿਸਟਰਬੈਂਸ ਹੋਈ ਸੀਗੀ। ਆਪਾਂ ਜੇ ਪਿੱਛੇ ਨਿਗਾਹ ਮਾਰੀਏ, ਪੰਜਾਬ 10 ਦਿਨ ਬਲੌਕ ਰਿਹਾ ਸੀ ਸਾਰਾ, ਵਰਚੁਅਲੀ ਸਾਰੀਆਂ ਸੜਕਾਂ, ਮੇਨ ਹਾਈਵੇ ਬਲੌਕ ਸੀ। ਸਟੇਟ ਦੇ ਵਿੱਚ ਸਾਰੀ ਮੂਵਮੈਂਟ ਬੰਦ ਹੋ ਗਈ ਸੀਗੀ। ਉਹਦੇ ਮੁਕਾਬਲੇ ਤੇ ਜੋ ਕੁਝ ਅਜਨਾਲੇ ਹੋਇਆ ਇਹ ਵੱਖਰੀ ਤਰ੍ਹਾਂ ਦਾ ਕੇਸ ਹੈ, ਲੇਕਿਨ ਇਹਦੇ ਨਾਲ ਸਾਰੀ ਫੇਸ ਸਟੇਟ ਅਫੈਕਟਡ ਨਹੀਂ ਸੀ। ਉਹ ਇੱਕ ਬਹੁਤ ਵੱਡਾ ਉੱਥੇ ਉਸ ਵੇਲੇ ਮੁਜ਼ਾਹਰਾ ਪੰਜਾਬ ਦੇ ਵਿੱਚ ਹੋਇਆ ਸੀ ਜਿਹਦੇ ਚ ਲੱਖਾਂ ਲੋਕੀ ਇਨਵੋਲਵ ਸੀਗੇ। ਉਹਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਿੱਧੀ ਹੀ ਆਉਂਦੀ ਹੈ, ਸਰਕਾਰ ਇਹਨਾਂ ਦੀ ਸੀਗੀ। ਉਹ ਜੇ ਹੁਣ ਇਹ ਅਸਤੀਫਾ ਮੰਗਦੇ ਹੈ ਤੇ ਇਹਨਾਂ ਨੂੰ ਆਪਣੀ ਜਿਹੜੀ ਉਸ ਵੇਲੇ ਦੀ ਜ਼ਿੰਮੇਵਾਰੀ ਹੈ ਉਹ ਓਨ ਕਰਕੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੇ ਵੈਸੇ ਵੀ ਜੇ ਪਾਰਟੀ ਬਚਾਉਣੀ ਹੈ ਇਸ ਸਿਚੁਏਸ਼ਨ ਦੇ ਵਿੱਚ, ਹੁਣ ਪਾਰਟੀ ਛੇਤੀ ਕੀਤੇ ਇਹਨਾਂ ਦੇ ਨਹੀਂ ਬਚਦੀ। ਜੇ ਪਾਰਟੀ ਬਚਾਉਣੀ ਹੈ ਤੇ ਅਸਤੀਫਾ ਦੇ ਦੇਣ, ਤੇ ਹੋਰ ਕੋਈ ਤਰੀਕਾ ਇਹਨਾਂ ਕੋਲ ਹੈ ਨਹੀਂ। ਲੀਡਰਸ਼ਿਪ ਦੇ ਸਾਹਮਣੇ ਏਡੀ ਵੱਡੀ ਚੁਣੌਤੀ ਸ਼ਾਇਦ ਆਵੇ, ਇਸ ਤਰ੍ਹਾਂ ਦੀ ਇਹਨਾਂ ਨੂੰ ਉਮੀਦ ਨਹੀਂ ਸੀ ਜਿਹੜੀ ਹੁਣ ਫੇਸ ਕਰਨੀ ਪਊਗੀ। ਔਰ ਇਸ ਹਾਲਾਤ ਦੇ ਵਿੱਚ ਇਦਾਂ ਹੀ ਅੱਗੇ ਵਧਣਾ ਉਹਨਾਂ ਆਸਾਨ ਨਹੀਂ ਹੋਊਗਾ। ਸਰਦਾਰ ਹਰਮੀਤ ਸਿੰਘ ਜੀ, ਇੱਕ ਤਾਂ ਪਹਿਲਾ ਜਿਹੜਾ ਸਵਾਲ ਮੈਂ ਕੀਤਾ ਸੀਗਾ ਕਿ ਕੋਰਟ ਦੇ ਨਜ਼ਰੀਏ ਤੋਂ, ਹਾਲਾਂਕਿ ਕਾਨੂੰਨੀ ਤੌਰ ਤੇ ਹੁਣੇ ਕੁਝ ਕਹਿਣਾ ਸੰਭਵ ਨਹੀਂਗਾ, ਪਰ ਪਿਛਲੀ ਵਾਰ ਵਾਂਗ ਇਸ ਕੇਸ ਨੂੰ ਖਾਰਜ ਕਰਵਾਉਣ ਦੀ ਵੀ ਐਪਲੀਕੇਸ਼ਨ ਦਾਇਰ ਕੀਤੀ ਜਾ ਸਕਦੀ ਹੈ। ਔਰ ਤੁਹਾਨੂੰ ਲੱਗਦਾ ਕਿ ਹਾਈ ਕੋਰਟ ਦੇ ਵਿੱਚੋਂ ਪਿਛਲੇ ਵਾਰ ਵਰਗਾ ਹੀ ਫੈਸਲਾ ਫਿਰ ਆ ਜਾਏ ਬਿਨਾਂ ਇਸ ਵਾਰ ਦੇ ਸਾਰੇ ਤੱਥ, ਕਿਉਂਕਿ ਪੇਸ਼ ਹੋ ਗਏ ਉਦੋਂ ਤਾਂ ਲਾਸਟ ਚਲਾਨ ਚਾਰਜ ਸ਼ੀਟ ਦੀ ਲਾਸਟ ਜਿਹੜੀ ਸੀ ਉਹ ਸਪਲੀਮੈਂਟਰੀ ਰਹਿ ਗਿਆ ਸੀਗਾ, ਜਿਹੜਾ ਕੁੰਵਰ ਵਿਜੇ ਪ੍ਰਤਾਪ ਦੋਸ਼ ਲਾਉਂਦੇ ਰਹੇ ਕਿ ਮੈਂ ਉਹ ਕਾਪੀ ਸਰਕਾਰ ਨੂੰ ਦਿਖਾਉਣ ਲਈ, ਰਾਏ ਲਈ ਭੇਜੀ ਸੀ ਪੇਸ਼ ਕਰਨ ਤੋਂ ਪਹਿਲਾਂ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਨੇ ਇੱਕ ਵਾਰੀ ਇਹ ਜ਼ਿਕਰ ਕੀਤਾ ਸੀਗਾ ਕਿ ਇਹਦੇ ਵਿੱਚ ਮੈਂ ਸਰਕਾਰ ਨੂੰ ਪੁੱਛਿਆ ਸੀਗਾ ਕਿ ਇਹ ਨਾ ਸ਼ਾਮਲ ਕਰਨ ਦੇ ਬਾਰੇ ਚ ਆਪਣੀ ਰਾਏ ਫਾਈਨਲ ਦੱਸੋ, ਔਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਲੀਗਲ ਰਾਏ ਲੈਣ ਨੂੰ ਅਤਲ ਨੰਦਾ ਦੇ ਕੋਲ ਭੇਜੀ, ਜਿਹੜੀ ਕਦੇ ਵਾਪਸ ਨਹੀਂ ਆਈ, ਔਰ ਇਸੇ ਕਰਕੇ ਇਹ ਰਿਜ਼ਾਈਨ ਵੀ ਕਰ ਗਏ, ਔਰ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਵਾਪਰੀਆਂ। ਹੁਣ ਜਦੋਂ ਚਾਰਜ ਸ਼ੀਟ ਦਾਇਰ ਹੋ ਗਈ ਆ, ਉਸ ਤੋਂ ਬਾਅਦ ਹਾਈ ਕੋਰਟ 'ਚ ਉਹੋ ਜਿਹਾ ਹੀ ਫੈਸਲਾ ਆਉਣ ਦੀ ਉਮੀਦ ਹੋ ਸਕਦੀ ਹੈ ਜਾਂ ਉਮੀਦ ਲਾਈ ਹੋਈ ਹੈ ਅਕਾਲੀ ਦਲ ਨੇ? ਮੇਰੇ ਖਿਆਲ ਇੱਕ ਹੱਦ ਤੱਕ ਲਾਈ ਹੋਈ ਹੈ, ਪਰ ਸਵਾਲ ਇਹ ਸੀ ਕੁੰਵਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਤੋਂ ਜਿਹੜੀ ਬਾਈਬਲ ਕਰਾਂ ਨਾਲ ਰਿਲੇਟਡ ਰਿਪੋਰਟ ਹੈ ਉੱਥੇ ਜ਼ਿਆਦਾ ਅਸਰ ਕਰੂਗੀ, ਜਿਹੜੀ ਜੇ ਨੌ ਨਿਹਾਲ ਵਾਲੀ ਦੇ ਮਾਮਲੇ 'ਚ। ਕੱਲੀ ਇਸ ਮਾਮਲੇ 'ਚ ਉਸ ਲੈਵਲ ਦੀ ਸ਼ਾਇਦ ਉਹ ਨਹੀਂ ਉਸ ਪੱਧਰ ਤੇ, ਕਿਉਂਕਿ ਉਸ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ 'ਚ ਸਾਬਤ ਨਹੀਂ ਸੀ ਕੀਤਾ ਜਾ ਸਕਿਆ ਕਿ ਸੁਖਬੀਰ ਦੇਸ਼ 'ਚ ਜਾਂ ਕਿਤੇ ਹੈ। ਵੈਸੇ ਤਾਂ ਇਹ ਗੱਲ ਵੀ ਮੈਨੂੰ ਲੱਗਦਾ ਕਿ ਬਹੁਤ ਹੀ ਰੈਲੇਵੈਂਟਰੀ ਜੇ ਰਾਜੀਵ ਗਾਂਧੀ ਦੇ ਕੇਸ 'ਚ ਦੇਖਦੇ ਹਾਂ, ਸਾਜ਼ਿਸ਼ ਘਾੜਾ ਉਹ ਕਹਿੰਦੇ ਦੇਸ਼ 'ਚ ਹੋਵੇ ਵਿਦੇਸ਼ 'ਚ ਹੋਵੇ ਇਹਦਾ ਕੋਈ ਮਤਲਬ ਨਹੀਂ ਹੁੰਦਾ, ਤੇ ਉਹ ਕਿਤੇ ਵੀ ਬੈਠ ਕੇ ਸਾਜ਼ਿਸ਼ ਹੋ ਸਕਦੀ ਹੁੰਦੀ ਹੈ। ਅੱਜ ਦੇ ਦੌਰ 'ਚ ਕੋਈ ਬੜੀ ਗੱਲ ਨਹੀਂ। ਉਸ ਕੇਸ 'ਚ ਸੁਪਰੀਮ ਕੋਰਟ ਤੱਕ ਨੇ ਉਹ ਕੀਤਾ ਹੀ ਹੋਈ ਗੱਲ ਹੈ, ਮਤਲਬ ਇੱਕ ਜੱਜਮੈਂਟ ਦੇ ਵਿੱਚ ਮੰਨੀ ਹੋਈ ਤੱਥ ਹੈ ਇਸ ਲੈਵਲ ਦਾ ਕਿ ਜੇ ਸਾਜ਼ਿਸ਼ 'ਚ ਕਿਸੇ ਦੀ ਇਨਵੋਲਵਮੈਂਟ ਹੈ, ਸਾਜ਼ਿਸ਼ 'ਚ ਤਾਂ ਉੱਥੇ ਪ੍ਰੈਜ਼ੈਂਟ ਹੋਣਾ ਜ਼ਰੂਰੀ ਨਹੀਂ ਹੁੰਦਾ।
ਪਰ ਉਹ ਕਿਸ ਢੰਗ ਨਾਲ ਕੋਈ ਦੂਜੇ ਪੇਸ਼ ਕਰਨਗੇ, ਉਹਦਾ ਕਾਊਂਟਰ ਕੀ ਹੋਏਗਾ, ਇਹ ਸਾਰੀਆਂ ਗੱਲਾਂ ਹੋਣਗੀਆਂ। ਤੇ ਇੱਕ ਕੁਲਵੰਤ ਵਿਜੇ ਪ੍ਰਤਾਪ ਵਾਲੀ ਚ ਇਹ ਵੀ ਸੀ ਕਿ ਇੱਕ ਟੀਮ ਹੈ ਪੂਰੀ, ਬਾਕੀ ਦਸਤਖਤ ਕਿਉਂ ਨਹੀਂ ਕਰਦੇ, ਤੁਸੀਂ ਇਕੱਲੇ ਹੀ ਕਿਉਂ ਕਰਦੇ ਹੋ। ਕਈ ਟੈਕਨੀਕੈਲਿਟੀ ਜੀ ਵੀ ਤਾਂ ਹੁੰਦੀਆਂ ਨੇ ਨਾ ਉਹਦੇ ਚ, ਕਿ ਤੁਸੀਂ ਤੁਹਾਡਾ ਨਿੱਜੀ ਮਫਾਦ ਜਾਂ ਇਸ ਲੈਵਲ ਦਾ ਰਹੋ। ਕੁਛ ਵੋਕਲ ਬਹੁਤ ਸੀ, ਆਏ ਦਿਨ ਇੰਟਰਵਿਊਆਂ ਦਿਓ, ਆਏ ਦਿਨ ਇੰਟਰਵਿਊਆਂ ਦਿਓ, ਤੇ ਸ਼ਾਇਦ ਇਹਦੇ ਤੋਂ ਲੱਗਣ ਵੀ ਲੱਗ ਜਾਂਦਾ, ਕਈ ਪਰਸੈਪਸ਼ਨ ਬਣੀ ਜਾਂਦੀ ਹੈ ਇਸ ਪੱਧਰ ਦੀ ਜਾ ਕੇ ਜਦੋਂ ਦਲੀਲਾਂ ਦਿੰਦੇ ਨੇ। ਪਰ ਉਹ ਜਿਹੜੇ ਸੀਨੀਅਰ ਵਕੀਲ ਸਭ ਤੋਂ ਜ਼ਿਆਦਾ ਕਰਨ ਦਾ ਮਤਲਬ ਜਾਏ, ਉਹਨਾਂ ਨੂੰ ਲੱਗਦਾ ਇਹੀ ਹੈ ਕਿ ਜੇ ਮੇਨ ਮੁੱਦਾ ਹੀ ਖਾਰਜ ਕਰਾ ਦਿੱਤਾ ਜਾਏ ਤਾਂ ਸ਼ਾਇਦ ਹੀ। ਪਰ ਸਵਾਲ ਇੱਧਰ ਦੋ ਨੇ ਇਹਦੇ ਚ ਬੜੇ ਵੱਡੇ। ਨੰਬਰ ਇੱਕ, ਪਰਸੈਪਸ਼ਨ ਗੇਮ ਹੈ। ਜਿਹੜੇ ਲੋਕਾਂ ਦੇ ਦਿਮਾਗਾਂ 'ਚ ਇੱਕ ਧਾਰਨਾ ਬਣ ਚੁੱਕੀ ਹੈ ਕਿ ਅਕਾਲੀ ਦਲ ਦੀ ਉਸ ਸਮੇਂ ਦੀ ਸਰਕਾਰ ਇਹਦੀ ਦੋਸ਼ੀ ਹੈ, ਸਿੱਧੇ ਜਾਂ ਸਿੱਧੇ ਜਿਹੜੇ ਮਰਜ਼ੀ ਰੂਪ 'ਚ, ਉਹ ਕਾਨੂੰਨੀ ਪੱਖ ਤੋਂ ਬਰੀ ਹੋ ਕੇ ਨਹੀਂ ਜਾ ਸਕਦਾ, ਉਹ ਪਰਸੈਪਸ਼ਨ ਨਹੀਂ ਧੋਤੀ ਜਾ ਸਕਦੀ। ਉਹਦੇ ਲਈ ਇੱਕ ਹੋਰ ਤਰੀਕਾ ਹੁੰਦਾ, ਉਹ ਪੋਲੀਟੀਕਲ ਤੇ ਰਿਲੀਜੀਅਸ ਤਰੀਕਾ ਹੀ ਹੁੰਦਾ, ਜਾਂ ਲੋਕਾਂ ਦੇ ਵਿੱਚ ਜਾ ਕੇ ਇੱਕ ਵਿਸ਼ਵਾਸ ਭਰੋਸਾ ਕਰਨ ਦਾ ਤਰੀਕਾ ਹੁੰਦਾ। ਦੂਜਾ ਪਹਿਲੂ ਕਾਨੂੰਨੀ ਹੈ ਕਿ ਅਸੀਂ ਕਾਨੂੰਨ ਦੇ ਨਜ਼ਰ 'ਚ ਚਲੋ ਬਚ ਜਾਈਏ ਜਾਂ ਬਾਕੀ ਹੈ। ਹੁਣ ਕਦੇ ਕੋਈ ਇਹ ਕਹਿੰਦਾ ਕਿ ਇਦੋਂ ਪਹਿਲੇ ਕੇਸ ਵੀ ਜਿੰਨੇ ਸੀਗੇ, ਔਰ ਅਕਾਲੀ ਦਲ ਦੇ ਵਿੱਚ ਵੀ ਕਿੰਨੀ ਕੁ ਜਾਨ ਉੱਡੀ ਹੈ। ਜਿਵੇਂ ਪਹਿਲਾਂ ਜਦੋਂ ਅਮਰਿੰਦਰ ਸਿੰਘ ਦੀ 2002 ਵਾਲੀ ਸਰਕਾਰ ਸੀ, ਜਦੋਂ ਕਰਪਸ਼ਨ ਦੇ ਚਾਰਜਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਇਹਨਾਂ ਨੂੰ ਅੰਦਰ ਰੋਪੜ ਦੀ ਅਦਾਲਤ ਨੇ ਭੇਜਿਆ ਸੀ, ਉਦੋਂ ਲੱਗਦਾ ਇਹ ਸੀ ਕਿ ਅਕਾਲੀ ਦਲ ਦੇ ਕੋਲ ਇੱਕ ਮੂਵ ਚਲਾਣੀ, ਉਦੋਂ ਕਿਉਂਕਿ ਉਹਨਾਂ ਤੋਂ ਥੋੜਾ ਸਮਾਂ ਪਹਿਲਾਂ ਹੀ ਸਰਬ ਹਿੰਦ ਅਕਾਲੀ ਦਲ ਦੇ ਅਗਵਾਈ ਕਰਦੇ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਇਹਨਾਂ ਦੀ ਯੂਨਿਟੀ ਹੋ ਗਈ ਸੀ। ਮੇਰੇ ਯਾਦ ਹੈ ਕਿ ਟੌੜਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਬੈਠ ਕੇ ਜੇਲ੍ਹ ਤੱਕ ਗਏ, ਛੱਡਣ ਗਏ, ਤੇ ਫਿਰ ਇੱਕ ਹੋਕਾ ਦਿੱਤਾ ਉੱਥੇ ਜਾ ਕੇ ਕਿ ਅਸੀਂ ਮੋਤੀ ਮਹਿਲ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ। ਫਿਰ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ, ਸਾਰਿਆਂ ਨੂੰ ਉਹਨਾਂ ਨੇ ਡਾਂਟਿਆ ਕਿ ਤੁਸੀਂ ਸਾਰੇ ਕਰਪਟੋਂ ਬਹੁਤੇ, ਤੁਹਾਨੂੰ ਕੱਲੇ ਕੱਲੇ ਨੂੰ ਖਾਂਦਾ ਜਾਊ, ਅਕਾਲੀ ਦਲ ਦਾ ਮਾਮਲਾ ਆ ਗਿਆ, ਜਾਂ ਉੱਥੇ ਜਾ ਕੇ ਜਥੇ ਭੇਜੋ, ਡੇਲੀ ਦਾ ਮੋਰਚਾ ਲਾਓ, ਕੁਛ ਨਾ ਕੁਛ ਕਰੋ ਪਟਿਆਲੇ ਦੀ ਜੇਲ੍ਹ ਦੇ ਸਾਹਮਣੇ। ਉਸ ਕੱਦ ਦਾ ਆਦਮੀ ਕੋਈ ਅਕਾਲੀ ਦਲ ਚ ਇਸ ਸਮੇਂ ਕੌਣ ਹੈ, ਤੇ ਜਿਹੜਾ ਜੇ ਇਸ ਤੇ ਜੇ ਮੂਵਮੈਂਟ ਵੀ ਚਲਾਉਣੀ ਹੋਵੇ ਜਾਂ ਪੋਲੀਟੀਕਲੀ ਕੋਈ ਗੱਲ ਮੋਬਿਲਾਈਜ਼ ਕਰਨੀ ਹੋਵੇ, ਤੇ ਸਾਫ ਸੁਥਰਾ ਕੱਦ ਵੀ ਚਾਹੀਦਾ ਨਾਲ, ਮਤਲਬ ਉਹਦੀ ਸ਼ਖਸੀਅਤ ਵੀ ਚਾਹੀਦੀ ਹੈ ਤੇ ਸਭ ਮੰਨਣ ਵੀ ਉਹਦੀ। ਤੇ ਜਿਹੜਾ ਅਕਾਲੀ ਦਲ ਇਹ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਪੈਸੇ ਕੌਣ ਖਰਚੂਗਾ ਤੇ ਚਲਾਊਗਾ ਕੌਣ, ਇਸ ਡਰ ਦੇ ਕਾਰਨ ਪ੍ਰਧਾਨ ਨਹੀਂ ਬਦਲਿਆ ਜਾ ਰਿਹਾ ਹੋਵੇ, ਤੇ ਫਿਰ ਉਹ ਅਕਾਲੀ ਦਲ ਦਾ ਜਿਹੜਾ ਵਜੂਦ ਜਿਹੜਾ ਹੁੰਦਾ ਇੱਕ ਅਖਲਾਕੀ ਪੱਧਰ ਤੇ ਇੱਕ ਲੀਡਰਸ਼ਿਪ ਦੀ ਕੁਆਲਿਟੀ ਦੇ ਪੱਧਰ ਤੇ, ਤਾਂ ਇਹ ਦੇਖਿਆ ਜਾ ਸਕਦਾ ਉਹ ਚ ਬਹੁਤ ਫਰਕ ਆ ਗਿਆ। ਮਤਲਬ ਜਿਹੜੀ ਉਸ ਪਾਰਟੀ ਤੇ ਇਸ ਪਾਰਟੀ ਦੇ ਵਿੱਚ ਬੜਾ ਫਰਕ ਹੈ। ਇਸ ਲਈ ਸਿਆਸੀ ਲੜਾਈ ਕਿੰਨੀ ਕੁ ਵਿੱਢ ਸਕਦਾ, ਇਹ ਨਿੱਜੀ ਟਾਈਪ ਦੀ ਸਿਆਸੀ ਲੜਾਈ ਮੰਨੀ ਜਾਊਗੀ। ਫਿਰ ਜਿਵੇਂ ਨਾ ਅਮਰਤਪਾਲ ਵਾਲੀ ਗੱਲ, ਹੁਣ ਕਹਿੰਦੇ ਨੇ ਪ੍ਰਧਾਨ ਫਸੇ ਨੇ ਤੇ ਜੇ ਬਾਕੀ ਫਸੇ ਨੇ, ਤੁਸੀਂ ਨਿੱਜ ਆਪਣੇ ਪ੍ਰਧਾਨ ਲਈ ਕਰ ਰਹੇ ਹੋ, ਇਹ ਕੋਈ ਪੰਥਕ ਮੁੱਦੇ ਲਈ ਤਾਂ ਨਹੀਂ ਤੁਸੀਂ ਕਰ ਰਹੇ। ਜੇ ਇੰਨਾ ਤਰੱਦਦ ਤੁਸੀਂ ਬੰਦੇ ਲੱਭਣ ਲਈ ਕੀਤਾ ਹੁੰਦਾ, ਉਹ ਕਹਿੰਦੇ ਨੇ ਇੰਨਾ ਤਰੱਦਦ ਤੁਸੀਂ ਇਹ ਸਾਰੀਆਂ ਮਾਮਲੇ 'ਚ ਕੀਤਾ ਹੁੰਦਾ, ਤੁਸੀਂ ਤਾਂ ਬਲਕਿ ਉਦੋਂ ਤੱਕ ਇਹ ਕਰਦੇ ਰਹੇ ਡਾਇਰੈਕਟਰੀ, ਜਿਹੜੇ ਸਰਕਮਸਟੈਂਸ਼ਲ ਐਵੀਡੈਂਸ ਨੇ, ਮਾਹੌਲ ਹੁੰਦਾ ਇੱਕ ਕਿ ਇੱਥੇ ਤੱਕ ਕਿਵੇਂ ਪਹੁੰਚਿਆ, ਉਹਦੇ 'ਚ ਰੋਲ ਦਿਖਾਈ ਦੇ ਰਿਹਾ ਨਾ ਉਸ ਵੇਲੇ ਦੀ ਸਰਕਾਰ ਦਾ। ਔਰ ਉਹ ਰੋਲ ਇਸ ਤਰ੍ਹਾਂ ਦਿਖਾਈ ਦੇ ਰਿਹਾ, ਚਾਹੇ ਮੈਸੇਂਜਰ ਆਫ ਗॉड ਫਿਲਮ ਨੂੰ ਲਾਉਣ ਦੇ ਲਈ ਉੱਥੇ ਪੂਰੀ ਦੀ ਪੂਰੀ ਮਤਲਬ ਪੁਲਿਸ ਤੈਨਾਤ ਸਿਨੇਮਿਆਂ ਦੇ ਸਾਹਮਣੇ ਕਰਨਾ, ਚਾਹੇ ਘਰ ਬੁਲਾ ਕੇ ਮਾਫੀ ਦੇਣਾ, ਮਤਲਬ ਉਹਨੂੰ, ਚਾਹੇ ਉਦੋਂ ਬਾਅਦ ਮਾਫੀ ਤੋਂ ਬਾਅਦ ਵੀ ਫਿਰ ਸਾਰੀਆਂ ਵੋਟਾਂ ਦੇ ਚੱਕਰ ਦੇ ਵਿੱਚ ਬਾਰ-ਬਾਰ ਜਾ ਕੇ ਕਰਨਾ, ਤੇ ਉਹ ਤਾਂ ਉਦੋਂ ਬਾਅਦ ਮਾਫੀ ਤਾਂ ਟਾਲੀ ਕਿਉਂਕਿ ਬਹੁਤ ਵੱਡਾ ਇੱਕ ਬਵਾਲ ਖੜਾ ਹੋ ਗਿਆ ਸੀ ਉਸ ਲੈਵਲ ਤੇ। ਉਹ ਸਾਰੀਆਂ ਜਿੰਨੀਆਂ ਗੱਲਾਂ ਨੇ, ਫਿਰ ਸ਼੍ਰੋਮਣੀ ਕਮੇਟੀ ਮਾਫੀ ਦੇ ਇਸ਼ਤਿਹਾਰ ਦਿੰਦੀ ਹੈ, ਕਦੇ ਕੁਛ ਹੁੰਦਾ, ਉਹ ਸਾਰਾ ਸਰਕਮਸਟੈਂਸਸ ਐਵੀਡੈਂਸ ਉੱਥੇ ਜਾਂਦਾ, ਤੇ ਇਹ ਜੁੜਦਾ ਮਾਮਲਾ ਟੋਟਲੀ ਫਿਰ ਡੇਰੇ ਦੇ ਨਾਲ। ਤੇ ਜਿਹੜੇ ਪਹਿਲਾਂ ਚਲਾਨ ਹੋਏ ਨੇ, ਰੱਦ ਹੋਣ ਦਾ ਨਾ ਹੈ ਉਹਦੇ ਚ ਸਾਰਿਆਂ ਦੇ ਵਿੱਚ, ਇਸ ਸਾਰੇ ਮਾਮਲੇ ਦੇ ਵਿੱਚ ਇਹਨੂੰ ਕਿਵੇਂ ਧੋਤਾ ਜਾਏਗਾ, ਇਹ ਲੌਜਿਕ ਪਿੱਛੇ ਅਕਾਲੀ ਦਲ ਕੀ ਦੇਗਾ, ਇਹ ਸਾਰਾ ਪਰਸੈਪਸ਼ਨ ਇਹਨਾਂ ਤਕੱਲਾ ਕਰਕੇ ਬਣੀ ਹੈ। ਇਹਦਾ ਕਾਊਂਟਰ ਕੀ ਹੋਏਗਾ ਜੇਕਰ ਤੁਸੀਂ ਖੜੇ ਹੋਣਾ ਕਿ ਮੇਰੇ ਕੋਲ ਇਹ ਜਵਾਬ ਹੈ ਜੀ ਇਹਦਾ। ਲਾ ਪੁਆਇੰਟ ਤੇ ਟੈਕਨੀਕਲੀ ਤਾਂ ਇੱਧਰ ਉੱਧਰ ਕਈ ਵਾਰ ਹੋ ਜਾਂਦਾ ਕਿਸੇ ਐਵੀਡੈਂਸ ਦੀ, ਮਤਲਬ ਗੈਰ ਹਾਜ਼ਰੀ ਦੇ ਵਿੱਚ, ਗੈਰ ਮੌਜੂਦਗੀ ਦੇ ਵਿੱਚ ਤੁਸੀਂ ਕਈ ਵਾਰ ਬਰੀ ਹੋ ਜਾਂਦੇ ਹੋ, ਕਈ ਵਾਰ ਟੈਕਨੀਕਲੀ ਹੋ ਜਾਂਦੇ ਹੋ ਕਿਸੇ ਸਿੱਟ ਦੀ ਗਲਤੀ ਕਰਕੇ, ਹੋਰ ਉਹ ਅਲੱਗ ਗੱਲਾਂ ਹੁੰਦੀਆਂ ਨੇ। ਮੈਨੂੰ ਲੱਗਦਾ ਪੋਲਿਟਿਕਸ ਦੇ ਵਿੱਚ ਕਾਨੂੰਨ ਨਾਲੋਂ ਜ਼ਿਆਦਾ ਪੋਲੀਟੀਕਲ ਪਰਸੈਪਸ਼ਨ ਜਿਹੜੀ ਹੈ ਉਹ ਜ਼ਿਆਦਾ ਮੈਟਰ ਕਰਦੀ ਆ। ਉਧਰ ਤਰੱਦਦ ਹੋ ਹੀ ਨਹੀਂ ਰਿਹਾ, ਨਾ ਕੀਤਾ ਗਿਆ ਪਹਿਲਾਂ ਤੇ ਨਾ ਹੁਣ ਹੋ ਰਿਹਾ ਜੀ। ਇਹ ਕਈ ਵਾਰੀ ਤੁਹਾਡੀ ਮੁਹਾਰਤ ਤੁਹਾਡੇ ਸਾਹਮਣੇ ਖਲੋ ਜਾਂਦੀ ਹੈ, ਬਹੁਤ ਵੱਡੀ ਸਮੱਸਿਆ ਬਣ ਕੇ। 2012 ਦੀ ਇਲੈਕਸ਼ਨ 'ਚ ਕਿਹਾ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਬਹੁਤ ਵੱਡੇ ਇਲੈਕਸ਼ਨ ਮੈਨੇਜਰ ਨੇ, ਉਹ ਬੜੀ ਤਗੜੀ ਨੀਤੀ ਬਣਾਉਂਦੇ ਨੇ। ਔਰ 2012 'ਚ ਇਸ ਖਿੱਤੇ 'ਚ ਜਦੋਂ ਸਰਕਾਰ ਰਿਪੀਟ ਹੁੰਦੀ ਹੈ ਤੇ ਕਿਹਾ ਗਿਆ ਸੀ ਕਿ ਹੁਣ 25 ਸਾਲ ਦਾ ਰਾਜ ਕਰਾਂਗੇ। ਉਸੇ ਹੀ ਚੋਣ ਰਣਨੀਤੀ ਦੇ ਵਿੱਚੋਂ ਅਸੀਂ ਇੱਕ ਮੁੱਠ ਵੋਟਾਂ ਲੈਣ ਦੇ ਆਰ 'ਚ ਲੱਗੇ ਵੀ ਜਿਹੜੀਆਂ ਕੋਈ
5% 10% ਵੋਟਾਂ ਪੱਕੀਆਂ ਫਿੱਟ ਕਰ ਦਈਏ ਜੁਗਾੜ ਕਰਕੇ, ਤੇ ਉਹਦੇ ਵਿੱਚ ਮਾਫੀਆ ਤੋਂ ਲੈ ਕੇ ਮਾਫੀਆ ਨੂੰ ਤਰਕਸੰਗਤ ਬਣਾਉਣ ਲਈ 92 ਲੱਖ ਦੇ ਇਸ਼ਤਿਹਾਰਾਂ ਦਾ ਜ਼ਿਕਰ, ਉਹ ਸਾਰੀਆਂ ਗੱਲਾਂ ਸ਼ਾਇਦ ਹੁਣ ਬਹੁਤ ਵੱਡੀਆਂ ਬਣ ਕੇ ਵਿਕਰਾਲ ਰੂਪ ਧਾਰਨ ਕਰਕੇ ਸਾਹਮਣੇ ਖੜ ਗਈਆਂ। ਸਰਦਾਰ ਜਗਤਾਰ ਸਿੰਘ ਜੀ, ਸਵਾਲ ਇਸ ਗੱਲ ਦਾ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਕਾਂਗਰਸ ਵਰਗੀ ਰਾਜਨੀਤੀ ਸਿੱਖਾਂ ਦੇ ਮੋਢਿਆਂ ਤੇ ਕਰਨਾ ਚਾਹ ਰਹੀ ਹੈ, ਔਰ ਹੁਣ ਤੱਕ ਅਕਾਲੀ ਦਲ ਬਚਿਆ ਹੋਇਆ ਸੀਗਾ ਕਿ ਉਹਦੀ ਲੀਡਰਸ਼ਿਪ ਨੂੰ ਸੰਨ ਏਡੀ ਵੱਡੀ ਨਹੀਂ ਲੱਗੀ, ਔਰ ਏਡੀ ਵੱਡੀ ਸੰਨ ਨਹੀਂ ਲੱਗੀ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਬਹੁਤ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਸੀਗੇ ਇੱਕ ਇੱਕ ਬੰਦੇ ਨੂੰ, ਔਰ ਉਹਦੇ ਘਰ ਘਰ ਤੱਕ ਜਾ ਕੇ ਬੀਬੀ ਜਗੀਰ ਕੌਰ ਨੇ ਐਫਰਟਸ ਲਾਏ, ਬਾਕੀ ਸਾਰੀਆਂ ਗੱਲਾਂ, ਪਰ ਇਹ ਟੁੱਟੀ ਨਹੀਂ ਲੀਡਰਸ਼ਿਪ ਦੇ ਵਿੱਚ, ਬਹੁਤ ਵੱਡਾ ਕੋਈ ਦਫੇੜ ਨਹੀਂ ਖੜਾ ਹੋਇਆ ਕਿ ਅਕਾਲੀ ਦਲ ਟੁੱਟ ਜਾਏ, ਐਸੀ ਗੱਲ ਹੋਈ ਨਹੀਂ। ਹੁਣ ਇਹ ਮੂਵਮੈਂਟ ਤੇ ਜਿੱਥੇ ਹੁਣ ਆ ਕੇ ਇੱਕ ਬਹੁਤ ਵੱਡਾ ਸੰਕਟ ਖੜਾ ਹੋ ਗਿਆ, ਹੋ ਸਕਦਾ ਅਗਲੇ ਦਿਨਾਂ 'ਚ ਸਾਰੀ ਦੀ ਸਾਰੀ એનર્ਜੀ ਇਸ ਗੱਲ ਤੇ ਹੀ ਲੱਗੀ ਰਵੇ ਕਿ ਕੋਰਟਾਂ 'ਚੋਂ ਕਿਵੇਂ ਪਾਰ ਪਾਉਣਾ ਹੈ, ਆਪਣੀ ਪ੍ਰਧਾਨਗੀ ਕਿਵੇਂ ਸੇਵ। ਐਸੀ ਸਥਿਤੀ ਦੇ ਵਿੱਚ ਜਿਹੜੇ ਲੋਕ ਸ਼ਿਸ਼ਤ ਲਾ ਕੇ ਬੈਠੇ ਆ ਕਿ ਲੀਡਰਸ਼ਿਪ ਨੂੰ ਲੈ ਆਓ, ਹਾਲਾਂਕਿ ਬੀਜੇਪੀ ਦੇ ਅੰਦਰੋਂ ਇਹ ਗੱਲ ਨਿਕਲਦੀ ਹੈ ਕਿ ਅਕਾਲੀਆਂ ਦੇ ਵਿੱਚੋਂ ਲਏ ਜਾਣ ਵਾਲੇ ਚਿਹਰੇ ਕਿਹੜੇ ਆ, ਕਿਹਨੂੰ ਲਈਏ, ਉਹ ਬਹੁਤ ਜ਼ਿਆਦਾ ਇਹਨਾਂ ਤੇ ਰਿਲਾਏ ਨਹੀਂ ਕਰ ਰਹੇ, ਪਰ ਫਿਰ ਵੀ ਜੇ ਲੀਡਰਸ਼ਿਪ ਦੇ ਨਜ਼ਰੀਏ ਤੋਂ 10 12 15 ਵੱਡੇ ਲੀਡਰ ਇਸ ਤਰ੍ਹਾਂ ਦੇ ਰੌਲਿਆਂ 'ਚ 24 ਦੀ ਇਲੈਕਸ਼ਨ ਤੋਂ ਪਹਿਲਾਂ ਉਧਰ ਚਲੇ ਜਾਂਦੇ ਆ, ਤਾਂ ਫਿਰ ਅਕਾਲੀ ਦਲ ਨਵੇਂ ਸਰੂਪ ਦੇ ਵਿੱਚ ਉੱਠੂਗਾ, ਇਹ ਸੰਭਾਵਨਾ ਹੈਗੀ ਆ। ਇਹ ਹੁਣ ਤਾਂ ਚਲੋ ਇਹ ਕੇਸ ਦੇ ਵਿੱਚ ਇਹਨਾਂ ਦਾ ਨਾਂ ਆ ਗਿਆ, ਮੇਰੇ ਕੋਲੇ 10 ਦਿਨ ਪਹਿਲਾਂ ਇਹ ਇਨਫੋਰਮੇਸ਼ਨ ਸੀ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਇੱਕ ਸੈਕਸ਼ਨ, ਉਹਦੇ ਵਿੱਚ ਰੀਥਿੰਕਿੰਗ ਫਿਰ ਸ਼ੁਰੂ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇਹ ਪਾਰਟੀ ਹੁਣ ਰਿਵਾਈਵ ਨਹੀਂ ਹੋ ਸਕਦੀ ਤਾਂ ਕੀ ਕੀਤਾ ਜਾਵੇ। ਉਹਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋਇਆ ਤੇ ਦੋਵੇਂ ਐਸਪੈਕਟ ਉਹਦੇ ਐਕਸਪਲੋਰ ਕੀਤੇ ਜਾ ਰਹੇ ਉਸ ਲੀਡਰਸ਼ਿਪ ਵੱਲੋਂ। ਇੱਕ ਤਾਂ ਬੀਜੇਪੀ ਨਾਲ ਕੋਈ ਗੱਲਬਾਤ, ਜੇ ਉਧਰ ਕੋਈ ਐਡਜਸਟਮੈਂਟ ਹੋਵੇ, ਜਾਂ ਬੀਬੀ ਜਗੀਰ ਕੌਰ ਨਾਲ। ਹੁਣ ਜੇ ਸੀਨੀਅਰ ਲੀਡਰ ਦੇ ਵਿੱਚੋਂ ਕੋਈ ਅਗਰੈਸਿਵ ਲੀਡਰ ਹੈ ਤਾਂ ਬੀਬੀ ਜਗੀਰ ਕੌਰ ਹੀ ਹੈ ਜਿਹੜੀ ਲੋਕਾਂ 'ਚ ਘੁੰਮ ਰਹੀ ਹੈ, ਲੋਕਾਂ ਨੂੰ ਮੋਬਿਲਾਈਜ਼ ਕਰ ਰਹੀ ਹੈ ਔਰ ਆਪਣਾ ਏਜੰਡਾ ਲੈ ਕੇ ਸਿਆਸੀ ਚੱਲ ਰਹੀ ਹੈ। ਤੇ ਉਹ ਉਧਰ ਵੀ ਕੋਸ਼ਿਸ਼ ਹੈ ਕਿ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਬੀਬੀ ਨੂੰ ਅੱਗੇ ਲਾ ਕੇ ਤੇ ਪਾਰਟੀ ਦੁਬਾਰਾ ਖੜੀ ਕੀਤੀ ਜਾਵੇ। ਇੱਕ ਗੱਲ ਕਲੀਅਰ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਆਪ ਰਿਜ਼ਾਈਨ ਨਹੀਂ ਦੇਣਗੇ। ਹੁਣ ਵੀ ਜਿਹੜੀ ਸਿਚੁਏਸ਼ਨ ਹੈਗੀ ਹੈ, ਹੁਣ ਉਹ ਗੱਲ ਖਤਮ ਹੋ ਗਈ ਕਿ ਸਾਡੇ ਕੋਲ ਕੋਈ ਆਲਟਰਨੇਟਿਵ ਸੁਖਬੀਰ ਦਾ ਨਹੀਂ ਹੈ। ਜਿਹੜੀ ਖਮੀਰ ਹੋਰੀ ਗੱਲ ਕਰਦੇ ਬਈ ਖਰਚਾ ਕੌਣ ਝੱਲੂ, ਇਹ ਪਹਿਲੀ ਵਾਰੀ ਮੈਂ ਸੁਣਿਆ ਕਿਸੇ ਕ੍ਰਾਈਸਿਸ ਪਾਰਟੀ ਦੀ ਕ੍ਰਾਈਸਿਸ ਦੇ ਵਿੱਚ ਕਿ ਲੀਡਰਸ਼ਿਪ ਇਸ ਗੱਲ ਤੇ ਖੜੀ ਹੈ ਵੀ ਸਾਡੇ ਕੋਲੇ ਕੋਈ ਹੋਰ ਬੰਦਾ ਨਹੀਂ ਜਿਹੜਾ ਖਰਚਾ ਚੱਲ ਸਕੇ। ਪਾਰਟੀਆਂ ਨੇ ਖਰਚੇ ਕੋਈ ਜੇਬ ਦੇ ਵਿੱਚੋਂ ਨਹੀਂ ਕਰਦਾ ਹੁੰਦਾ, ਹੋਰ ਪਾਸੇ ਆਇਆ ਕਰਦੇ ਜੀ। ਲੇਕਿਨ ਹੁਣ ਇਹ ਸੱਟ ਐਡੀ ਵੱਡੀ ਹੈ ਇਸ ਲੀਡਰਸ਼ਿਪ ਵਾਸਤੇ ਕਿ ਹੁਣ ਉਹ ਲੋਕ ਸੋਚਣ ਵਾਸਤੇ ਮਜਬੂਰ ਹੋ ਗਏ। ਕੱਲ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਸੀਗੀ, ਉਹਨਾਂ ਤੋਂ ਉੱਥੇ ਚਿਹਰੇ ਸਾਰਿਆਂ ਦੇ ਉਤਰੇ ਹੋਏ ਸੀਗੇ। ਸੋ ਹੁਣ ਰਸਤਾ ਨਵਾਂ ਲੱਭਣਾ ਪੈਣਾ ਹੈ ਪੰਜਾਬ ਨੂੰ। ਮੈਂ ਵਾਰ-ਵਾਰ ਕਹਿਣਾ ਹੁੰਦਾ, ਅਕਾਲੀ ਦਲ ਦੀ ਲੋੜ ਹੈ। ਅਕਾਲੀ ਦਲ ਨਵੇਂ ਸ਼ੇਪ ਦੇ ਵਿੱਚ ਕਿਵੇਂ ਇਮਰਜ ਹੋਏਗਾ, ਸ਼ਾਇਦ ਇਹ ਕ੍ਰਾਈਸਿਸ ਇਸ ਪਾਰਟੀ ਵਾਸਤੇ, ਮੈਂ ਬਾਦਲ ਪਰਿਵਾਰ ਦੀ ਗੱਲ ਨਹੀਂ ਕਰਦਾ ਜਾਂ ਕਿਸੇ ਹੋਰ ਲੀਡਰ ਦੀ ਗੱਲ ਨਹੀਂ ਕਰਦਾ, ਇਸ ਪਾਰਟੀ ਵਾਸਤੇ ਸ਼ਾਇਦ ਇੱਕ ਵਰਦਾਨ ਸਾਬਤ ਹੋਵੇ ਕਿ ਪਾਰਟੀ ਮੁੜ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਨਵੀਂ ਲੀਡਰਸ਼ਿਪ ਦੇ ਥੱਲੇ। ਇਹ ਪੋਸੀਬਲ ਹੈ, ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ। ਬਾਕੀ ਬੀਜੇਪੀ ਆਪਣੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਬੀਜੇਪੀ ਨੂੰ ਲੀਡਰ ਨਹੀਂ ਮਿਲ ਰਹੇ। ਹੁਣ ਬੀਜੇਪੀ ਵੀ ਜਿਹੜੇ ਬਾਕੀ ਲੀਡਰ ਰਹਿ ਗਏ ਅਕਾਲੀ ਦਲ ਦੇ ਵਿੱਚ, ਇਹਨਾਂ ਦਾ ਬਹੁਤੀ ਟੇਕ ਨਹੀਂ ਰੱਖਦੀ। ਉਹਨਾਂ ਨੇ ਅਜਮਾ ਚੁੱਕਿਆ, ਪਹਿਲਾਂ ਸਾਰਿਆਂ ਨੂੰ ਵਾਰੀ-ਵਾਰੀ ਐਕਸਪਲੋਰ ਕਰ ਚੁੱਕੇ ਹੈ ਤੇ ਇਹਨਾਂ 'ਚ ਕੁਝ ਲੋਕ ਜਵਾਬ ਦੇ ਚੁੱਕੇ ਸੀ। ਸੋ ਇਹਨਾਂ ਕੋਲ ਇੱਕੋ ਹੀ ਆਲਟਰਨੇਟਿਵ ਬਚਦਾ ਹੈ ਕਿ ਬੀਬੀ ਜਗੀਰ ਕੌਰ ਨੂੰ ਅੱਗੇ ਲਾ ਕੇ ਪਾਰਟੀ ਦੁਬਾਰਾ ਨਵੇਂ ਸਿਰੋਂ ਖੜੀ ਕੀਤੀ ਜਾਵੇ। ਜੀ ਸਰਦਾਰ ਹਰਮੀਤ ਸਿੰਘ ਜੀ, ਜਿਵੇਂ ਸਰਦਾਰ ਸਾਹਿਬ ਨੇ ਗੱਲ ਕੀਤੀ ਆ, ਇਹ ਮਾਮਲਾ ਏਡਾ ਆਸਾਨ ਨਹੀਂ ਸਮਝਣ ਦੇ ਨਜ਼ਰੀਏ ਤੋਂ। ਜਦੋਂ ਸਿੱਖ ਮਾਮਲਿਆਂ ਨੂੰ ਐਡਰੈਸ ਕਰਨ ਵਾਲੀ ਕੋਈ ਵੀ ਲੀਡਰਸ਼ਿਪ ਕਿਸੇ ਵੀ ਪਾਰਟੀ ਕੋਲ ਹੈ ਨਹੀਂ। ਕੈਪਟਨ ਅਮਰਿੰਦਰ ਸਿੰਘ ਥੋੜ੍ਹਾ ਬਹੁਤ ਇਹ ਮਾਮਲੇ ਐਡਰੈਸ ਕਰਨ ਦੇ ਕਾਬਿਲ ਸੀਗੇ ਸ਼ੁਰੂ ਦੇ ਵਿੱਚ, ਔਰ ਇਸੇ ਕਰਕੇ ਉਹਨਾਂ ਨੂੰ 2 ਵਾਰੀ ਵੱਡੀ ਸਫਲਤਾ ਵੀ ਮਿਲ ਜਾਂਦੀ। ਹੁਣ ਦੀ ਲੀਡਰਸ਼ਿਪ ਦੇ ਵਿੱਚ ਕੋਈ ਐਸਾ ਚਿਹਰਾ ਨਹੀਂ ਜਿਹੜਾ ਇਸ ਖਿੱਤੇ ਦੀ ਬਹੁਗਿਣਤੀ ਦੇ ਮਾਮਲਿਆਂ ਨੂੰ ਸਮਝਦਾ ਹੋਵੇ ਜਾਂ ਉਹਨਾਂ ਨੂੰ ਕਿਸੇ ਰੂਪ 'ਚ ਅੱਗੇ ਪੇਸ਼ ਕਰ ਸਕਦਾ ਹੋਵੇ ਜਾਂ ਉਹਨਾਂ ਲਈ ਲੜ ਸਕਦਾ ਹੋਵੇ। ਆ ਜਿਹੜਾ ਸਮੁੱਚਾ ਵੈਕਿਊਮ ਸੀ, ਇਹਦੇ ਵਿੱਚੋਂ ਅੰਮ੍ਰਿਤਪਾਲ ਦੇ ਰੂਪ ਦੇ ਵਿੱਚ ਤਾਈਓ ਏਡਾ ਵੱਡਾ ਇੱਕ ਹਜੂਮੀ ਤਰੀਕਾ ਬਣਿਆ।
ਇਹ 'ਚੋਂ ਬੱਚੇ ਨੇ ਜਿਹੜੇ ਬੱਚੇ ਸ਼ਾਇਦ ਹਿਸਟਰੀ ਨੂੰ ਵੀ ਨਹੀਂ ਉਹਨਾਂ ਸਮਝਦੇ, ਉਹ ਸਿਰਫ ਸੋਸ਼ਲ ਮੀਡੀਆ ਦੀ ਕੰਪੇਨ ਦੇ ਉੱਤੇ ਹੀ ਤੁਰਦੇ ਨੇ। ਤੇ ਇਹ ਜਿਹੜਾ ਵੈਕਿਊਮ ਆ ਇਹ ਦਿਨੋਂ ਦਿਨ ਵੱਡਾ ਹੋ ਰਿਹਾ। ਤੁਹਾਨੂੰ ਲੱਗਦਾ ਇਸ ਮਾਮਲੇ 'ਚ ਤੁਰੰਤ ਜਿਹੜੇ ਬੰਦੇ ਤਾ ਉਮਰ ਅਕਾਲੀ ਰਹੇ, ਜਿਨ੍ਹਾਂ ਨੇ ਸਾਰੀ ਉਮਰ ਇਸ ਤਰ੍ਹਾਂ ਦੇ ਘੋਲ ਲੜੇ, ਉਹਨਾਂ ਦੇ ਅੰਦਰ ਕੋਈ ਇਹ ਦਰਦ, ਇਹ ਤਕਲੀਫ ਜਾਗਦੀ ਹੋਊਗੀ ਕਿ ਕੋਈ ਸਾਂਝਾ ਪਲੇਟਫਾਰਮ, ਈਗੋ ਛੱਡ ਕੇ, ਆਪਣੀ ਲੀਡਰਸ਼ਿਪ ਵਾਲੀ ਲੜਾਈ ਛੱਡ ਕੇ ਕਿ ਮੈਂ ਕੌਣ ਤੂੰ ਕੌਣ, ਬੀਬੀ ਜਗੀਰ ਕੌਰ ਹੋਵੇ, ਢੀਂਡਸਾ ਹੋਵੇ, ਚੰਦੂ ਮਾਜਰਾ ਹੋਵੇ ਜਾਂ ਰਵਿੰਦਰ ਜਾਂ ਕੋਈ ਵੀ, ਇਹ ਸਾਰੀਆਂ ਚੀਜ਼ਾਂ ਅਜੇ ਤੱਕ ਇਸੇ ਗੱਲ ਤੇ ਲੜਾਈ 'ਚ ਫਸੀਆਂ ਹੋਈਆਂ ਸੀ ਕਿ ਲੀਡਰ ਕੌਣ ਹੋਵੇ, ਕਿਉਂਕਿ ਮੌਕਾ ਬਣ ਰਿਹਾ, ਮੌਕੇ ਦੇ ਵਿੱਚ ਬੀਜੇਪੀ ਨਾਲ ਸਮਝੌਤਾ ਹੋ ਜਾਊਗਾ ਜਾਂ ਅਸੀਂ ਸ਼੍ਰੋਮਣੀ ਕਮੇਟੀ ਇਲੈਕਸ਼ਨ ਲੜ ਲਾਂਗੇ। ਫਸੇ ਸਾਰੇ ਇੱਥੇ ਰਹਿੰਦੇ ਆ ਔਰ ਸਾਰੇ ਇਸ ਗੱਲ ਤੇ ਫਸੇ ਆ ਕਿ ਮੈਂ ਵੱਡਾ। ਇਹੀ ਮਾਮਲੇ 'ਚ ਪਿੱਛੇ ਜਗਮੀਤ ਬਰਾੜ ਤੋਂ ਲੈ ਕੇ 3-4 ਹੋਰ ਚਿਹਰਿਆਂ ਨੇ ਸਗੋਂ ਕਨਫਿਊਜ਼ਨ, ਉਲਝਣ ਵਧਾਤੀ ਹੈ। ਹੁਣ ਇਹਨੂੰ ਇੱਥੇ ਖੜ ਕੇ ਤੁਸੀਂ ਕਿਵੇਂ ਦੇਖ ਰਹੇ ਹੋ? ਜੇਕਰ ਅੰਦਰੋਂ ਕੋਈ ਐਫਰਟਸ ਲੱਗਦੇ ਆ, ਜਿਵੇਂ ਸਰਦਾਰ ਜਗਤਾਰ ਸੋਹਣੀ ਕਹਿ ਰਹੇ ਕਿ 15 ਕੁ ਦਿਨ ਪਹਿਲਾਂ ਇਹ ਚੀਜ਼ਾਂ ਵਾਪਰਨੀਆਂ ਸ਼ੁਰੂ ਹੋ ਗਈਆਂ, ਮੰਥਨ ਸ਼ੁਰੂ ਹੋ ਗਿਆ, ਅੰਦਰ ਆਪਸ ਵਿੱਚ ਫਿਰ ਗੱਲਬਾਤ ਸ਼ੁਰੂ ਹੋ ਗਈ ਕਿ ਇਹ ਸੰਭਵ ਨਹੀਂ। ਔਰ ਇਹ ਸੱਚੀ ਗੱਲ ਆ ਕਿ ਜੇਕਰ ਪੈਸਿਆਂ ਦੇ ਮੌਕੇ, ਇਹ ਪੈਸਿਆਂ ਲਈ ਲੜਾਈ ਵਾਲੀ ਗੱਲ ਹੁੰਦੀ ਆ, ਇਸ ਕਰਕੇ ਹੋ ਰਹੀ ਹੈ ਕਿਉਂਕਿ ਪੈਸੇ ਦੇਣ ਨੂੰ ਕੋਈ ਤਿਆਰ ਨਹੀਂ ਹੈ ਇਸ ਲੀਡਰਸ਼ਿਪ ਨੂੰ, ਤੇ ਘਰੋਂ ਪੈਸੇ ਸੁਖਬੀਰ ਸਿੰਘ ਬਾਦਲ ਲਾ ਸਕਦੇ। ਜੇ ਇਹ ਗੱਲ ਆ ਤਾਂ ਮੈਨੂੰ ਲੱਗਦਾ ਕਿ ਇੱਕ ਵਾਰੀ ਅੰਮ੍ਰਿਤਪਾਲ ਵਰਗੇ ਵਰਤਾਰੇ ਨੂੰ ਕੋਈ ਪੈਸਿਆਂ ਦੀ ਕਮੀ ਥੋੜੀ ਆ ਰਹੀ। ਅਕਾਲੀ ਦਲ ਜੇ ਸਹੀ ਰੂਪ 'ਚ ਇੱਥੋਂ ਦੇ ਮੁੱਦਿਆਂ ਤੇ ਘੋਲ ਕਰਨਾ ਸ਼ੁਰੂ ਕਰੂਗਾ, ਉਹਨੂੰ ਪੈਸਿਆਂ ਦੀ ਥੋੜੀ ਮੁਸ਼ਕਲ ਆਉਣ ਲੱਗੀ। ਸੋ ਤੁਸੀਂ ਇੱਥੇ ਬੈਠ ਕੇ ਕਿਵੇਂ ਦੇਖ ਰਹੇ ਹੋ ਕੋਈ ਤਬਦੀਲੀ ਨੂੰ? ਅਸਲ ਦੇ ਵਿੱਚ ਜਿਹੜਾ ਪ੍ਰੋਬਲਮ ਹੈ ਅਕਾਲੀ ਦਲ ਦੀ, ਮੈਨੂੰ ਲੱਗਦਾ ਲੀਡਰ ਤੋਂ ਜ਼ਿਆਦਾ ਪੋਲੀਟੀਕਲ ਥਾਟ ਦੀ ਸਪਸ਼ਟਤਾ ਦੀ ਜ਼ਿਆਦਾ ਪ੍ਰੋਬਲਮ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ। ਜਿਹੜੇ ਅਕਾਲੀ ਦਲ ਦੇ ਖਿਲਾਫ ਜਾਂ ਬਾਦਲ ਪਰਿਵਾਰ ਦੇ ਖਿਲਾਫ ਵੀ ਟੁੱਟ ਕੇ ਜਾਂਦੇ ਨੇ, ਉਹਨਾਂ ਕੋਲ ਕੋਈ ਅਲਟਰਨੇਟਿਵ ਥਾਟ ਨਹੀਂ। ਉਹ ਵੀ ਜਾਂ ਬੀਜੇਪੀ ਨਾਲ ਹਬਨਬ ਵਿੱਚ ਚੱਲਦੇ ਨੇ, ਬੀਜੇਪੀ ਨਾਲ ਤਾਂ ਫਿਰ ਉਹਨਾਂ ਦਾ ਵੀ ਹੈ, ਬੀਜੇਪੀ ਨਾਲ ਉਹਨਾਂ ਦਾ ਵੀ ਹੈ। ਪੰਜਾਬ ਦਾ ਮਿਜਾਜ ਅਲੱਗ ਹੈ। ਪੰਜਾਬ ਦਾ ਤੁਸੀਂ ਦੇਖੋ ਕਿ ਓਵਰਆਲ ਜਿਹੜੀ ਇੱਕ ਸਾਈਕੀ ਹੈ, ਖਾਸ ਤੌਰ ਤੇ ਸਿੱਖ ਸੈਂਟੀਮੈਂਟ ਹੈ, ਉਹ ਕੀ ਸੋਚ ਰਿਹਾ? ਉਹ ਇਹ ਸੋਚ ਰਿਹਾ ਕਿ ਹਰ ਨੈਸ਼ਨਲ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ ਹੈ। ਸਾਡਾ ਪਾਣੀ ਦਾ ਮਸਲਾ ਹੋਏ, ਸਾਡਾ ਚੰਡੀਗੜ੍ਹ ਦਾ ਮਸਲਾ ਹੋਏ, ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਏ, ਜਾਂ ਪੰਜਾਬ ਦੀ ਡਿਵੈਲਪਮੈਂਟ ਨਾਲ ਜੁੜੀਆਂ ਸਕੀਮਾਂ ਹੋਣ, ਉਹ ਸਾਰੀਆਂ ਜਿਹੜੀਆਂ ਨੇ ਉਹ ਅੱਧ ਬੱਟੇ ਸਾਡੇ ਨਾਲ ਵਿਤਕਰਾ ਇੱਕ ਲੈਵਲ ਦਾ ਹੋ ਰਿਹਾ। ਔਰ ਪਾਰਟੀ ਕੋਈ ਵੀ ਆਈ ਹੋਵੇ, ਔਰ ਉਹਦੇ ਚੋਂ ਫਿਰ ਜਿਹੜਾ ਇੱਕ ਨਜ਼ਰੀਆ ਬਣਦਾ ਹੈ ਕਿ ਫੈਡਰਲ ਸਟਰਕਚਰ ਦਾ ਓਵਰਆਲ ਕੋਈ ਧਿਰ ਇਹ ਕਲੈਰਿਟੀ ਨਾਲ ਆ ਰਹੀ ਹੈ ਸਮੇਤ ਅਕਾਲੀ ਦਲ ਕਿ ਸਾਡਾ ਫੈਡਰਲ ਸਟਰਕਚਰ 'ਚ ਯਕੀਨ ਹੈ, ਅਸੀਂ ਇਹ ਤੇ ਪੋਲਿਟਿਕਸ ਕਰਾਂਗੇ। ਜੇ ਉਹਦੇ ਤੇ ਕਰੋਗੇ ਤਾਂ ਤੁਹਾਡਾ ਅਲਾਇੰਸ ਪਾਰਟਨਰ ਉਹੀ ਹੋਣਗੇ ਜਿਹੜੇ ਉਸ ਅਪਰੋਚ ਨਾਲ ਮਿਲਦੇ ਜੁਲਦੇ ਹੋਣਗੇ ਥੋੜੇ ਬਹੁਤ। ਉਹਦੇ ਲਈ ਦੇਸ਼ 'ਚ ਵੀ ਨਿਕਲਣਾ ਪਊਗਾ ਕਿਤੇ ਨਾ ਕਿਤੇ ਜਾ ਕੇ। ਜਿਹੜੇ ਹੋਰ ਰੀਜਨਲ ਗਰੁੱਪ ਨੇ, ਤਾਕਤ ਤਾਂ ਕਿਤੇ ਹਰ ਪਾਰਟੀ ਛੋਟੀ ਮੋਟੀ ਕਰ ਹੀ ਰਹੀ ਹੈ ਨਾ। ਮਮਤਾ ਆਪਣੇ ਪੱਧਰ ਤੇ ਕਰ ਰਹੀ ਹੈ, ਉਹ ਜਿਹੜੀ ਤੇਲੰਗਾਨਾ ਦੀ ਪਾਰਟੀ ਹੈ ਉਹਦੀ ਚੰਦਰ ਸ਼ੇਖਰ ਰਾਓ ਦੀ, ਉਹ ਆਪਣੇ ਲੈਵਲ ਤੇ ਬੰਦਿਆਂ ਨੂੰ ਮਿਲ ਰਿਹਾ ਹੈ। ਡਿਫਰੈਂਟ ਟਾਈਪ ਦੇ ਲੋਕ ਆਪੋ ਆਪਣੇ ਬੰਦੇ ਤੇ ਮਿਲ ਰਹੇ ਨੇ ਨਾ। ਕੋਈ ਡੀਐਮਕੇ ਵਾਲਾ ਆਪਣੇ ਪੱਧਰ ਤੇ ਮਿਲ ਰਿਹਾ, ਇੱਥੇ ਤਾਂ ਕੁਝ ਵੀ ਨਹੀਂ। ਇੱਥੇ ਤਾਂ ਬੰਦੇ ਕਹਿੰਦੇ ਨੇ ਅਸੀਂ ਆਪਣੇ ਹੀ ਸੰਕਟ 'ਚ ਆ, ਉਹਦੇ ਚੋਂ ਨਹੀਂ ਨਿਕਲ ਰਹੇ। ਕਲੈਰਿਟੀ ਆਫ ਥਾਟ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਟ੍ਰੈਡੀਸ਼ਨਲ ਲੀਡਰਸ਼ਿਪ ਦੇ ਵਿੱਚ ਨਾ ਹੁਣ ਉਹ ਕਲੈਰਿਟੀ ਹੈ। ਉਹ ਜੋੜ ਤੋੜ ਕਰਕੇ ਪੈਚ ਵਰਕ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਸੱਤਾ 'ਚ ਹਿੱਸੇਦਾਰੀ ਚਾਹੁੰਦੇ ਨੇ। ਪੰਜਾਬ ਉਦੋਂ ਅਗਲਾ ਸਟੈਪ ਕ੍ਰਾਸ ਕਰਦਾ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਹੜਾ ਇੱਕ ਡਿਬੇਟ 'ਚ ਪੰਜਾਬ ਦੇ ਵਿੱਚ ਚੱਲੇਗੀ। ਅਮਰਤਪਾਲ ਫਨੋਮਨਾ ਜਿਹੜਾ ਕਹਿੰਦਾ ਖਾਲਿਸਤਾਨ ਦੇ ਨਾਅਰੇ ਲਾਉਂਦੇ ਨੇ, ਬਾਕੀ ਚੀਜ਼ਾਂ ਨੇ। ਤੁਸੀਂ ਖੜ ਕੇ ਉਹਦੇ ਮੁਕਾਬਲੇ ਇੱਕ ਪੋਲੀਟੀਕਲ ਡਿਸਕੋਰਸ ਸਿਰਜਣ ਵਾਲਾ ਅਕਾਲੀ ਦਲ ਕਿੱਥੇ ਹੈ, ਜਿਹੜਾ ਕਹੇ ਮੇਰਾ ਆਨੰਦਪੁਰ ਦਾ ਮਤਾ ਹੈ, ਆਨੰਦਪੁਰ ਦਾ ਮਤਾ 73 ਵਾਲਾ ਹੈ, ਜਾਂ ਤੁਹਾਡਾ 1992 ਵਾਲਾ ਜਿਹੜਾ ਡਿਕਲੇਰੇਸ਼ਨ ਹੈ ਉਹਦੇ 'ਚ ਯਕੀਨ ਹੈ, ਜਾਂ ਤੁਹਾਡਾ ਹੁਣ ਕੋਈ ਹੋਰ ਬਦਲੇ ਉਹਦੇ ਬਦਲ ਹੋਏ ਹਾਲਾਤ ਦੇ ਵਿੱਚ ਕੋਈ ਤੁਹਾਡਾ ਫੈਡਰਲ ਸਟਰਕਚਰ ਦਾ ਹੋਰ ਡਾਕੂਮੈਂਟ ਹੈ ਤੁਹਾਡੇ ਕੋਲ। ਜਿਹੜੀ ਧਿਰ ਉਹਨੂੰ ਲੈ ਕੇ ਪੰਜਾਬ 'ਚ ਵਿਚਰੂਗੀ ਚੱਲੂਗੀ ਕਿ ਸਾਡੇ ਕੋਲ ਆਹ ਕਲੈਰਿਟੀ ਹੈ। ਉਹਦਾ ਕਾਊਂਟਰ ਵੀ ਉਹੀ ਹੋ ਸਕਦਾ ਹੈ। ਬਿਨਾਂ ਕਾਊਂਟਰ ਕੱਲਾ ਕਿਸੇ ਨੂੰ ਇਹ ਕਹਿ ਕੇ ਖਰਾਬ ਕਰੂ, ਇਹ ਗੜਬੜ ਕਰੂ, ਫਲਾਨਾ। ਤੁਸੀਂ ਕੀ ਦੇ ਰਹੇ ਹੋ? ਜੇ ਤੁਸੀਂ ਕੁਝ ਨਹੀਂ ਦੇ ਰਹੇ ਤਾਂ ਬੰਦਾ ਕਹਿੰਦਾ ਤੁਸੀਂ ਤਾਂ ਬੈਠੇ ਹੋਏ ਹੋ, ਤੁਸੀਂ ਕੀ ਦੇ ਰਹੇ ਹੋ? ਤੁਹਾਨੂੰ ਤਾਂ ਸੱਤਾ ਚਾਹੀਦੀ ਹੈ। ਸੱਤਾ 'ਚ ਆ ਕੇ ਕੀ ਕਰਨਾ? ਤੁਹਾਡੇ ਕੋਲ ਕੋਈ ਏਜੰਡਾ ਨਹੀਂ ਹੈ। ਤੁਹਾਡੇ ਕੋਲ ਪੁਲ ਬਣਾਉਣੇ, ਸੜਕਾਂ ਬਣਾਉਣੀਆਂ, ਫਲਾਨਾ ਕਰਨਾ, ਇਹੀ ਹੈ ਨਾ ਕਿ ਅਸੀਂ ਡਿਵੈਲਪਮੈਂਟ ਕਰਾਈ। ਸਾਡੇ ਅਧਿਕਾਰਾਂ ਦਾ ਸਵਾਲ ਕਿੱਥੇ ਹੈ? ਪੰਜਾਬ ਦੇ ਲੋਕ ਕੱਲੀ ਇਹਨੂੰ ਡਿਵੈਲਪਮੈਂਟ ਜੇ ਸਮਝਦੇ ਕੱਲੀ ਹੁੰਦੇ ਤਾਂ ਅਕਾਲੀ ਦਲ ਨੂੰ ਦੁਬਾਰਾ ਵੋਟਾਂ ਪਾ ਦਿੰਦੇ। ਇਹਦਾ ਮਤਲਬ ਜਿਹੜੀਆਂ ਸੈਂਸਿਟਿਵ ਸਟੇਟਾਂ ਹੁੰਦੀਆਂ ਨੇ ਔਰ ਸੈਂਸਿਟਿਵ ਇਤਿਹਾਸ ਜਿਹੜੀਆਂ ਸਟੇਟਾਂ ਦਾ ਹੁੰਦਾ, ਖਾਸ ਤੌਰ ਤੇ ਕੌਮਾਂ ਦਾ, ਉਹ ਕੱਲੀ ਇਹਨਾਂ ਗੱਲਾਂ ਤੇ ਨਹੀਂ ਚੱਲਦੀ। ਉਹਦੇ ਰੂਹ ਦੀ ਖੁਰਾਕ ਕੋਈ ਹੋਰ ਹੁੰਦੀ ਹੈ, ਉਹਦੇ ਪਿਛੋਕੜ ਦੀ ਜ਼ਰੂਰਤ ਕੋਈ ਹੋਰ ਹੁੰਦੀ ਹੈ, ਤੇ ਉਹ ਇੱਕ ਆਪਣੇ ਪ੍ਰਾਈਡ 'ਚ ਵੀ ਵਿਚਰਦੀ ਹੈ, ਜੋ ਉਹਨੂੰ ਲੱਗਦਾ ਹੁੰਦਾ ਮੇਰਾ ਮਾਨ ਸਨਮਾਨ ਕਿੱਥੇ ਹੈ ਇਸ ਸਾਰੇ ਮਾਮਲੇ ਦੇ ਵਿੱਚ।
ਸਭ ਤੋਂ ਬੜਾ ਸੰਕਟ, ਚਾਹੇ ਉਹ ਢੀਂਡਸਾ ਸਾਹਿਬ ਹੋਣ, ਚਾਹੇ ਬੀਬੀ ਜਗੀਰ ਕੌਰ ਤੋਂ ਲੈ ਕੇ ਚਾਹੇ ਜਿਹੜੀ ਮਰਜ਼ੀ ਲੀਡਰਸ਼ਿਪ ਕਦੇ ਵੀ ਅਕਾਲੀਆਂ ਨਾਲੋਂ ਅਲੱਗ ਹੋਈ ਹੈ, ਉਹ ਅਲਟਰਨੇਟਿਵ ਏਜੰਡੇ ਤੇ ਤੁਰੀ ਹੋ ਨਹੀਂ ਪੰਜਾਬ ਦੇ ਵਿੱਚ ਲੈ ਕੇ। ਉਹ ਵੀ ਅੰਦਰ ਖਾਤੇ ਬੀਜੇਪੀ ਨਾਲ ਹਬਨਮਿੰਗ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਅਲਟਰਨੇਟਿਵ ਹੋ ਸਕਦਾ ਕੋਈ ਵੀ ਜਿਹੜਾ ਪੰਜਾਬ 'ਚ ਆਏਗਾ। ਰੀਜਨਲ ਪਾਰਟੀ ਰੀਜਨਲ ਐਸਪੀਰੇਸ਼ਨ ਦੇ ਮੁਤਾਬਕ ਰੀਜਨਲ ਏਜੰਡੇ ਤੇ ਗਰੋ ਕਰਦੀ ਹੈ ਤੇ ਸਟੈਂਡ ਕਰਦੀ ਹੈ। ਬਿਲਕੁਲ ਠੀਕ ਹੈ। ਤੇ ਫਿਰ ਉਹ ਨੈਸ਼ਨਲ ਲੈਵਲ ਤੇ ਕੋਲੈਬੋਰੇਸ਼ਨ ਕਰਦੀ ਹੈ। ਨੈਸ਼ਨਲ ਲੈਵਲ ਤੇ ਅਕਾਲੀ ਦਲ ਨੂੰ ਇੱਕ ਇਹ ਹੈ ਨਾ ਕਿ 84 ਤੋਂ ਬਾਅਦ ਹੁਣ ਕਾਂਗਰਸ ਅਛੂਤ ਹੋ ਗਈ, ਮੰਨ ਲਓ ਕਹਿਤਾ, ਪਰ ਲੋਕ ਤਾਂ ਕਾਂਗਰਸ ਨੂੰ ਵੀ ਵੋਟਾਂ ਪਾਉਂਦੇ ਨੇ। ਆਪਾਂ ਕਹਿੰਦਾ ਵੀ ਉਹ ਦਰਬਾਰ ਸਾਹਿਬ ਤੇ ਹਮਲਾ ਜਾਂ ਬਾਕੀ ਇੱਕ ਪਾਸੇ ਤੁਸੀਂ ਕਹਿੰਦੇ ਉਹ ਸਾਰਿਆਂ ਦੀ ਮਿਲੀ ਭੋਤ ਸੀ, ਤਾਂ ਸਾਰਿਆਂ ਨੂੰ ਜਿਵੇਂ ਉਹ ਸਰਦਾਰ ਕਪੂਰ ਸਿੰਘ ਕਈ ਵਾਰ ਥੀਸਿਸ ਦਿੰਦੇ ਹੁੰਦੇ ਵੀ ਜਿਹੜੀ ਮਿਨੋਰਟੀ ਦੀਆਂ ਸਟੇਟਾਂ ਨੇ ਇਹਨੂੰ ਹਾਲਾਤ ਮੁਤਾਬਕ ਕਰਨਾ ਚਾਹੀਦਾ, ਪੱਕਾ ਗੱਠਜੋੜ ਨੈਸ਼ਨਲ ਕਿਸੇ ਨਾਲ ਨਹੀਂ। ਜਿਹੜਾ ਵੀ ਨੈਸ਼ਨਲ ਲੈਵਲ ਤੇ ਸ਼ੂਟ ਕਰੇ, ਜਿਹੜੇ ਮੌਕੇ ਕਰੇ, ਉਹਦੇ ਨਾਲ ਉਹਨੂੰ ਤਾਲਮੇਲ ਬਣਾ ਕੇ ਬੈਠਣਾ ਚਾਹੀਦਾ ਔਰ ਆਪਣੇ ਕੰਮ ਲੈਣੇ ਚਾਹੀਦੇ ਨੇ ਆਪਣੀ ਸਟੇਟ ਦੇ ਲਈ, ਆਪਣੇ ਲੋਕਾਂ ਦੇ ਲਈ। ਜਿਹੜਾ ਵਿਕਾਸ ਦਾ ਤਰੀਕਾਕਾਰ ਹੈ ਉਹਨੂੰ ਮਤਲਬ ਵਰਤੋਂ ਚ ਲਿਆਉਣਾ ਚਾਹੀਦਾ। ਪਰ ਸਾਡੇ ਤਾਂ ਉਹ ਜਦੋਂ ਅਕਾਲੀ ਦਲ ਦੀ ਵੱਡੀ ਗਲਤੀ ਕੀ ਸੀ ਕਿ 1996 ਚ ਅਨਕੰਡੀਸ਼ਨਲ ਸਪੋਰਟ 30 ਸਾਲ ਤੱਕ ਦੇ ਕੇ ਰੱਖੀ ਤੁਸੀਂ, ਔਰ ਉਹ ਗੱਲ ਹੀ ਨਹੀਂ ਸਟੇਟ ਦੀ, ਕਿਧਰੇ ਰੁਲ ਗਈ, ਕਿਧਰੇ ਮੁੱਦੇ ਰੁਲ ਗਏ। ਇਸ ਲਈ ਜਿਹੜੀ ਸਿਆਸਤ ਹੈ, ਦੇਸ਼ ਦੀ ਸਿਆਸਤ ਵੀ ਹੁਣ ਦੋ ਧਾਰਾਵਾਂ ਤੇ ਚੱਲ ਰਹੀ ਹੈ, ਤੁਹਾਡੇ ਸਾਹਮਣੇ ਹੈ। ਇੱਕ ਰਾਹੁਲ ਗਾਂਧੀ ਦੀ ਯਾਤਰਾ ਸੀ ਜਿਹਨੇ ਕਿਹਾ ਕਿ ਇਹ ਨਫ਼ਰਤ ਫੈਲਾਉਣ ਵਾਲੀ ਇੱਕ ਪੋਲਿਟਿਕਸ ਹੈ, ਇੱਕ ਮੁਹੱਬਤ ਦੀ ਪੋਲਿਟਿਕਸ ਹੈ। ਤਾਂ ਅਕਾਲੀ ਦਲ ਨੂੰ ਵੀ ਇੱਕ ਪਾਸੇ ਤਾਂ ਖੜਨਾ ਪਊ, ਕਿਹੜੀ ਪੋਲਿਟਿਕਸ ਨਾਲ ਨੇ। ਇੱਕ ਵੱਖਰੀਆਂ ਪਛਾਣਾਂ ਦੀ ਗੁਲਦਸਤੇ ਦੀ ਪੋਲਿਟਿਕਸ ਹੈ, ਇੱਕ ਅਸਿਮੀਲੇਸ਼ਨ ਦੀ ਪੋਲਿਟਿਕਸ ਹੈ ਕਿ ਸਾਰੀ ਇੱਕ ਦੇਸ਼, ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਧਰਮ ਤੇ ਇੱਕ ਬਾਕੀ ਚੀਜ਼ਾਂ। ਜਿਹੜੀ ਬਾਈਨਰੀ ਅਮਰਤਪਾਲ ਸਿਰਜ ਰਿਹਾ ਹੈ ਕਿ ਮੈਨੂੰ ਹਿੰਦੂ ਨਾਰੇ ਚ ਕੋਈ, ਹਿੰਦੂਤਵ ਚ ਕੋਈ ਮੈਨੂੰ ਗਲਤ ਦਿਖਾਈ ਨਹੀਂ ਦਿੰਦਾ, ਪਰ ਮੇਰਾ ਸਿੱਖ ਮੰਨ ਲਓ, ਇੱਕ ਉਹ ਵਰਤਾਂਤ ਹੈ। ਇਹ ਦੋਨਾਂ ਚ ਕੋਈ ਫਰਕ ਨਹੀਂ, ਦੋਨੇ ਇੱਕੋ ਹੀ ਨੇ, ਇੱਕੋ ਸਿਰੇ ਦੇ ਦੋਨੇ ਪਾਸੇ ਨੇ। ਤੇ ਇਹਦੀ ਬਜਾਏ ਪੰਜਾਬੀਅਤ ਦਾ ਜਿਹੜਾ ਇੱਕ ਕੁਐਸਚਨ ਹੈ, ਬਾਕੀ ਲੋਕਾਂ ਦੇ ਜਿਹੜੇ ਸਵਾਲ ਨੇ, ਜਿਹੜੀ ਡਾਇਵਰਸਿਟੀ ਹੈ, ਉਹਦਾ ਏਜੰਡਾ ਕੌਣ ਦੇਗਾ, ਉਹ ਏਜੰਡਾ ਮਿਸਿੰਗ ਹੈ ਮੈਨੂੰ ਲੱਗਦਾ ਸਭ ਤੋਂ ਬੜਾ। ਬਾਕੀ ਚੀਜ਼ਾਂ ਸੈਕੰਡਰੀ ਰੋਲ ਚ ਨੇ, ਆ ਜਾਣਗੀਆਂ। ਲੀਡਰਸ਼ਿਪ ਰਿਪਲੇਸ ਵੀ ਹੁੰਦੀ ਆ, ਆਉਂਦੀ ਵੀ ਹੈ, ਜਾਂਦੀ ਵੀ ਹੈ। ਹਿਸਟਰੀ ਚ ਬੜੀ ਵਾਰ ਲੀਡਰਸ਼ਿਪ ਐ ਲੱਗਿਆ ਕਿ ਪਤਾ ਨਹੀਂ ਖਤਮ ਹੀ ਹੋ ਗਈ ਹੈ, ਮੁੜ ਕੇ ਸ਼ਾਇਦ ਨਾ ਆਵੇ। ਕਿੰਨੇ ਸਾਲਾਂ ਤੱਕ ਬਾਦਲ ਸਮੇਤ ਸਾਰੀ ਟੌਪ ਲੀਡਰਸ਼ਿਪ ਇਰਰੈਲੇਵੈਂਟ ਰਹੀ ਹੈ। 89 ਦੇ ਵਿੱਚ ਅਕਾਲੀ ਦਲ ਬਿਲਕੁਲ ਜ਼ਮਾਨਤਾਂ ਜ਼ਬਤ ਹੋ ਗਈਆਂ ਸਾਰਿਆਂ ਦੀਆਂ, ਕਿਸੇ ਨੇ ਨਹੀਂ ਪੁੱਛਿਆ, ਔਰ ਸਰੈਂਡਰ ਕਰਕੇ। ਉਦੋਂ ਪਹਿਲਾਂ ਵੀ ਬਾਬਾ ਜੋਗਿੰਦਰ ਸਿੰਘ ਨੂੰ ਇਹਨਾਂ ਨੇ ਪ੍ਰਧਾਨ ਵੀ ਮੰਨ ਲਿਆ ਸੀ ਇੱਕ ਵਾਰ ਯੂਨਾਈਟਿਡ ਅਕਾਲੀ ਦਲ ਦੇ ਤੌਰ ਤੇ। ਉਤਰਾ ਚੜਾ ਆਉਂਦੇ ਨੇ ਪਰ ਕੋਈ ਸਾਂਭਦਾ ਨਹੀਂ, ਸਾਂਭਦਾ ਉਹ ਇੱਕ ਅਲੱਗ ਕੁਐਸਚਨ ਹੈ। ਪਰ ਲੋਕ ਕਿਸੇ ਏਜੰਡੇ ਨਾਲ ਜੁੜਦੇ ਨੇ ਕਿਉਂਕਿ ਉਦੋਂ ਉਹਨਾਂ ਨੂੰ ਉਹ ਲੱਗਦਾ ਸੀ ਵੀ ਸ਼ਾਇਦ ਇਹ ਏਜੰਡਾ ਸਾਡੇ ਲਈ ਗੱਲ ਹੋਏਗੀ। ਏਜੰਡੇ ਤੇ ਮੰਥਨ ਨਾ ਹੋਣਾ ਪੰਜਾਬ ਦੀ ਰੀਜਨਲ ਪਾਰਟੀ ਦੀ ਗਰੋਥ ਦੇ ਰਸਤੇ ਸਭ ਤੋਂ ਵੱਡੀ ਰੁਕਾਵਟ ਮੈਨੂੰ ਇਹ ਲੱਗਦਾ। ਆ ਬਦਲਵੀਂ ਰਾਜਨੀਤੀ ਕਰਨ ਵਾਲਿਆਂ ਨੂੰ ਵੀ ਤਾਂ ਕੁਝ ਬਦਲ ਵੀ ਤਾਂ ਦੇਣੇ ਪੈਣਗੇ ਨਾ। ਤੇ ਮੈਂ ਤੁਹਾਡੇ ਆਖਰੀ ਸ਼ਬਦ ਸਰਦਾਰ ਜਗਤਾਰ ਸਿੰਘ ਜੀ। ਇਹ ਨੈਰੇਟਿਵ ਪੰਜਾਬ ਦੇ ਵਿੱਚ ਸਾਲਾਂ ਬੱਧੀ ਚੱਲਦਾ ਰਿਹਾ ਹੈ ਕਿ ਪੰਜਾਬ ਅਕਾਲੀ ਦਲ ਦੇ ਬੜੇ ਕਮਾਲ ਦੇ ਡਾਕੂਮੈਂਟਸ ਹੈ। ਜੇ ਆਪਾਂ ਏਜੰਡੇ ਦੀ ਗੱਲ ਕਰਨੀ ਹੋਵੇ, ਇਸ਼ੂਜ਼ ਦੀ ਗੱਲ ਕਰਨੀ ਹੋਵੇ, ਹਿੰਦੁਸਤਾਨ ਦੇ ਵਿੱਚ ਇਸ ਤੋਂ ਵਧੀਆ ਡਾਕੂਮੈਂਟ ਕਿਸੇ ਪਾਰਟੀ ਦੇ ਨਹੀਂ ਹੈ, ਕਿਸੇ ਪਾਰਟੀ ਦਾ ਇਸ ਤੋਂ ਵਧੀਆ ਏਜੰਡਾ ਨਹੀਂ ਹੈ। ਲੇਕਿਨ ਅੱਜ ਦੀ ਤਰੀਕ ਜਦੋਂ ਆਪਾਂ 1982 ਦਾ ਜਿਹੜਾ ਧਰਮੀਅਤ ਮੋਰਚਾ ਲੱਗਿਆ ਸੀਗਾ, ਜਿਹੜੀਆਂ ਉਹ 15 ਮੰਗਾਂ ਸੀ, ਉਹਦੇ 'ਚ ਸਾਰਾ ਏਜੰਡਾ ਸੀ ਪੰਜਾਬ ਦਾ। ਹੁਣ ਜਦੋਂ ਉਹਨੂੰ ਸਟੱਡੀ ਕਰੀਦਾ, ਪਿੱਛੇ ਮੁੜ ਕੇ ਦੇਖੀਦਾ, ਉਹ ਬਾਈ ਐਂਡ ਲਾਰਜ ਇਰਰੈਲੀਵੈਂਟ ਲੱਗਦਾ ਹੈ। ਪਿਛਲੇ 40 ਸਾਲਾਂ 'ਚ ਪੰਜਾਬ ਜੋ ਕੁਛ ਹੋਇਆ ਹੈ ਉਸ ਦੇ ਕੰਟੈਕਸਟ ਦੇ ਵਿੱਚ ਨੰਬਰ 2 ਜਿਹੜਾ ਟੈਕਨੀਕਲ ਰੈਵੋਲੂਸ਼ਨ ਹੈ ਵਰਲਡ ਦੇ ਵਿੱਚ, ਹੁਣ ਜ਼ਮਾਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਪਹੁੰਚ ਗਿਆ। ਉਸ ਸੰਦਰਭ ਦੇ ਵਿੱਚ ਨਵੇਂ ਏਜੰਡੇ ਕਿਵੇਂ ਸ਼ੇਪ ਅਪ ਹੋਣਗੇ, ਉਹਦੀ ਕੀ ਰੈਲੀਵੈਂਸ ਹੋਏਗੀ ਤੇ ਇਹ ਇਸ਼ੂਜ਼ ਕਿਵੇਂ ਖੜੇ ਹੋਣਗੇ, ਇਹ ਗੱਲ ਸਟੱਡੀ ਕਰਨ ਵਾਲੀ ਹੈ। ਇੱਥੇ ਮੈਂ ਬਿਲਕੁਲ ਸਹਿਮਤ ਹੈ ਇੱਕ ਗੱਲ ਤੇ ਕਿ ਬਿਨਾਂ ਏਜੰਡੇ ਤੋਂ ਕੋਈ ਪਾਰਟੀ ਨਹੀਂ ਚੱਲਦੀ ਹੁੰਦੀ। ਬੀਜੇਪੀ ਆਪਣਾ ਏਜੰਡਾ ਜਾਂ ਕਹਿ ਲਓ RSS 100 ਸਾਲ ਤੋਂ ਇੱਕੋ ਏਜੰਡਾ ਲੈ ਕੇ ਖੜੀ ਹੈ, ਉਹ ਤੇ ਅਲਟੀਮੇਟਲੀ ਕਾਮਯਾਬ ਹੋਏ। ਅਕਾਲੀ ਦਲ ਨੇ ਆਪਣਾ ਏਜੰਡਾ ਛੱਡਤਾ। ਹੁਣ ਨਵੇਂ ਸਿਚੁਏਸ਼ਨ ਡਿਮਾਂਡ ਕਰਦੀ ਹੈ ਕਿ ਨਵਾਂ ਏਜੰਡਾ ਬੇਸਿਕ ਇਸ਼ੂਜ਼ ਲੈ ਕੇ ਉਹ ਕਿਵੇਂ ਇਵਾਲਵ ਕਰਨਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਰਦਾਰ ਜਗਤਾਰ ਸਿੰਘ ਜੀ, ਇੱਕ ਆਖਰੀ ਸਵਾਲ ਮੇਰਾ ਸ਼ੰਕਾ ਹੀ ਹੈ, ਅਕਾਲੀ ਲੀਡਰਸ਼ਿਪ ਭਾਵੇਂ ਕੋਈ ਵੀ ਆ, ਬਦਲਵੀਂ ਆ, ਬਾਦਲਕਿਆਂ ਦੀ ਆ, ਉਹ ਸਾਰੇ ਭੋਗਾਂ ਵਿਆਹਾਂ ਸ਼ਗਨਾਂ ਦੇਣ ਤੋਂ ਅੱਗੇ ਤੇ ਵੱਧਦੇ ਨਹੀਂ। ਜਾਂ ਕਿਤੇ ਰੈਲੀ ਕਰ ਲਈ ਤੇ ਉਹਦੇ ਵਿੱਚ ਵੀ ਘੱਸੀਆਂ ਪਿੱਟੀਆਂ ਪੁਰਾਣੀਆਂ ਗੱਲਾਂ ਕਰਕੇ ਤੁਰ ਜਾਂਦੇ ਨੇ। ਨਵੇਂ ਏਜੰਡੇ ਨੂੰ ਨਵੇਂ ਸੰਦਰਭਾਂ 'ਚ ਦੁਨੀਆ ਦੇ ਬਦਲਦੇ ਰੰਗ ਸਰੂਪਾਂ ਦੇ ਨਜ਼ਰੀਏ ਤੋਂ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਹੈ, ਇਹਦੇ ਸੰਬੰਧੀ ਜੇ ਪੰਜਾਬ ਤੇ ਉਪਰੀ ਝਾਤ ਮਾਰੀਏ, ਪੰਛੀ ਝਾਤ, ਉਹ ਲੋਕ ਜਿਹੜੇ ਸਿਰ ਸੁੱਟ ਕੇ ਸਾਰਾ ਦਿਨ ਮਿਹਨਤ ਕਰਨ ਵਾਲੇ ਆ, ਹਿਸਟਰੀ ਦੇ ਵਿੱਚ, ਫਿਲਾਸਫੀ ਦੇ ਵਿੱਚ,
ਗੁਰਮਤ ਦੇ ਵਿੱਚ ਹਰ ਜਗ੍ਹਾ, ਉਹ ਆਪਾਂ ਕਿੱਥੋਂ ਲੱਭ ਕੇ ਲਿਆਈਏ? ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਕੰਮ ਕਰਨ ਵਾਲੇ ਵਿਅਕਤੀ ਹੋ ਸਕਦਾ ਬਹੁਤ ਹੋਣ ਜਾਂ ਸਾਡੀ ਨਜ਼ਰ ਤੋਂ ਪਰੇ ਹੋਣ, ਸਮਰਪਿਤ ਲੋਕ, ਕਮਿਟਡ ਲੋਕ, ਜਿਹੜੇ ਏਜੰਡਾ ਸੈੱਟ ਕਰ ਸਕਣ। ਉਸ ਦੌਰ ਦੇ ਵਿੱਚ ਵੀ ਤੇ ਅਕਾਲੀ ਲੀਡਰਸ਼ਿਪ ਦੇ ਨਾਲ ਕੋਈ ਸਿਰਾਂ ਵਾਲੇ ਲੋਕ ਹੋਣਗੇ ਨਾ। ਉਹ ਲੋਕ ਜਿਹੜੇ ਨਿੱਠ ਕੇ ਕੰਮ ਕਰ ਰਹੇ ਸੀਗੇ, ਉਹ ਲੋਕ ਜਿਹੜੇ ਲਗਾਤਾਰ ਉਹ ਪਰਿਸਥਿਤੀਆਂ ਦੇ ਹਿਸਾਬ ਨਾਲ, ਉਸ ਸਮੇਂ ਦੇ ਹਿਸਾਬ ਨਾਲ ਏਜੰਡਾ ਸੈੱਟ ਕਰ ਰਹੇ ਸੀਗੇ। ਅੱਜ ਦੇ ਦਿਨ ਦੇ ਵਿੱਚ ਇਹ ਵੀ ਤਾਂ ਇੱਕ ਬੜੀ ਵੱਡੀ ਖੜੋਤ ਆ ਨਾ। ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਜਿਨ੍ਹਾਂ ਕੋਲ ਸਾਧਨ ਨੇ, ਉਹ ਸੰਸਥਾਵਾਂ ਜਿਹੜੀਆਂ ਇਸ ਤਰ੍ਹਾਂ ਦੇ ਯਤਨਾਂ ਨੂੰ ਸਪੋਰਟ ਕਰ ਸਕਦੀਆਂ, ਸਪਾਂਸਰ ਕਰ ਸਕਦੀਆਂ, ਉਹਨਾਂ ਦੀ ਅਣਹੋਂਦ ਵਾਂਗ ਹੈ। ਉਹ ਪੈਸੇ ਵੀ ਨਹੀਂ ਖਰਚ ਰਹੀਆਂ ਇਹਨਾਂ ਖੇਤਰਾਂ ਦੇ ਵਿੱਚ। ਸਾਡੇ ਬੱਚੇ ਬਿਊਰੋਕ੍ਰੇਸੀ 'ਚ, ਹੁਣ ਅੱਜ ਦੇ ਦਿਨ 'ਚ ਪੰਜਾਬ ਕੈਡਰ ਦੇ ਵਿੱਚ ਕਿੰਨੇ ਬੱਚੇ ਸਿੱਖ ਹੈਗੇ ਆ ਜਾਂ ਪੰਜਾਬੀ ਹੈਗੇ, ਇਹ ਵੀ ਵੱਡਾ ਸਵਾਲ ਖੜਾ ਹੋ ਗਿਆ। ਸੋ ਅਸੀਂ ਪੂਰੀ ਤਰ੍ਹਾਂ ਇਧਰੋਂ ਆਪਣੇ ਆਪ ਕੰਡ ਕਰ ਲਈ ਹੈ, ਇਧਰੋਂ ਅੱਖਾਂ ਮੀਟ ਲੀਆਂ। ਤੇ ਜੇ ਤੁਹਾਡੇ ਹਿਸਾਬ ਨਾਲ ਏਜੰਡਾ ਅੱਜ ਦੇ ਦਿਨ 'ਚ ਸੈੱਟ ਕਰਨਾ ਹੋਵੇ, ਕੋਈ 10-20 ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਇੰਨੇ ਨਿੱਠ ਕੇ ਮਿਹਨਤ ਕਰ ਰਹੇ ਹੋਣ ਇਹਨਾਂ ਮਾਮਲਿਆਂ 'ਚ? ਦੇਖੋ, ਬੀਬੀ ਜਗੀਰ ਕੌਰ ਨੇ ਜਿਹੜਾ ਏਜੰਡਾ ਆਪਣੀ ਐਸਜੀਪੀਸੀ ਦੀ ਪ੍ਰਧਾਨਗੀ ਦੇ ਇਲੈਕਸ਼ਨ ਲਈ ਰਿਲੀਜ਼ ਕੀਤਾ ਸੀਗਾ, ਉਹ ਤੇ ਕਾਫੀ ਪੋਜ਼ਿਟਿਵ ਉਹਦੇ 'ਚ ਪੰਜਾਬ ਦੇ ਬਾਰੇ ਇਸ਼ੂ ਸੀਗੇ। ਮਤਲਬ ਉਹਨੂੰ ਜੇ ਤੁਸੀਂ ਐਕਸਟੈਂਡ ਕਰੋ, ਬਾਕੀ ਜਿਵੇਂ ਹਮੀਰ ਜੀ ਗੱਲ ਕਰਦੇ ਆ ਬਾਕੀ ਇਸ਼ੂਜ਼ ਲੈ ਕੇ, ਤੇ ਮੇਰੇ ਖਿਆਲ 'ਚ ਗੱਲ ਅੱਗੇ ਤੋਰੀ ਜਾ ਸਕਦੀ ਹੈ। ਜਿਹੜੀ ਆਈਡੀਓਲੋਜੀਕਲ ਪੁਸ਼ ਹੁੰਦੀ ਹੈ, ਉਹਦੇ ਵਾਸਤੇ ਜਿਹੜੇ ਕੁਝ ਸੱਜਣ ਹੈਗੇ ਪੰਜਾਬ ਦੇ ਵਿੱਚ ਜਿਹੜੇ ਕੰਟਰੀਬਿਊਟ ਕਰ ਸਕਦੇ ਹੈ, ਉਹ ਜੋ ਕੁਝ ਪਿੱਛੇ ਵਾਪਰਿਆ ਉਸ ਪੀਰੀਅਡ ਦੇ ਵਿੱਚ ਪਾਸੇ ਹੋ ਕੇ ਬੈਠ ਗਏ ਸੀਗੇ। ਉਹ ਲੋਕ ਪਹਿਲਾਂ ਕੰਟਰੀਬਿਊਟ ਕਰਦੇ ਰਹੇ, ਨਵੇਂ ਲੋਕ ਪੈਦਾ ਹੋ ਜਾਂਦੇ, ਨਵੀਆਂ ਹਾਲਤਾਂ ਨਵੇਂ ਲੋਕਾਂ ਨੂੰ ਅੱਗੇ ਲੈ ਕੇ ਆਉਂਦੀਆਂ। ਤੇ ਮੈਂ ਬੇਆਸ ਨਹੀਂ, ਲੋਕ ਤਿਆਰ ਹੈਗੇ ਚੇਂਜ ਵਾਸਤੇ, ਤੇ ਕੋਈ ਲੀਡਰ ਅੱਗੇ ਲੱਗਣ, ਕੋਈ ਏਜੰਡਾ ਸਾਹਮਣੇ ਆਵੇ, ਤੇ ਮੇਰੇ ਖਿਆਲ ਹੈ ਗੱਲ ਮੁੜ ਕੇ ਪੰਜਾਬ ਦੀ ਫਿਰ ਤੁਰ ਪੈਗੀ। ਇਸ਼ੂ ਪੰਜਾਬ ਹੈ, ਗੱਲ ਸਿਰਫ ਅਕਾਲੀ ਦਲ ਦੀ ਨਹੀਂ, ਪੰਜਾਬ ਨੂੰ ਅੱਗੇ ਲਿਜਾਣ ਦੀ ਗੱਲ ਹੈ। ਇਹ ਤੁਸੀਂ ਬਹੁਤ ਪਤੇ ਦੀ ਗੱਲ ਕੀਤੀ ਹੈ ਦੋਨਾਂ ਨੇ, ਕਿਉਂਕਿ ਲੋਕਾਂ ਨੇ ਬਦਲਾਅ ਲਿਆਉਣਾ ਸੀ, ਮਨ ਬਣਾਇਆ ਸੀ, ਲੇਕਿਨ ਜਿਹੜਾ ਬਦਲਾਅ ਲਿਆਂਦਾ ਉਹ ਵੀ ਬਿਨਾਂ ਕਿਸੇ ਵਿਜ਼ਨ ਤੋਂ, ਬਿਨਾਂ ਕਿਸੇ ਮਿਸ਼ਨ ਤੋਂ ਸੀਗਾ। ਸਿਰਫ ਤੇ ਸਿਰਫ ਰਿਆਇਤਾਂ ਦੀ ਗੱਲ, ਗਰੰਟੀਆਂ ਦੇਣ ਵਾਲੀ। ਸ਼ਾਇਦ ਉੱਥੇ ਤੇ ਉੱਥੇ ਹੀ ਖੜਿਆ। ਇੱਕ ਵਾਰੀ ਫਿਰ ਸਰਕਾਰ ਬਦਲ ਕੇ ਅੱਜ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਕਿ ਆਖਰ ਇਹ ਕਿਉਂ ਚੁਣ ਲਏ। ਤੇ ਇਹ ਸਾਰੇ ਸਵਾਲ ਆਉਂਦੇ ਸਮੇਂ 'ਚ ਵੀ ਐਡਰੈਸ ਕਰਨੇ ਪੈਣਗੇ, ਜੇ ਬਾਦਲ ਨਹੀਂ ਤਾਂ ਕੋਈ ਹੋਰ ਉਹਨਾਂ ਦੀ ਜਗ੍ਹਾ। ਪਰ ਜੇ ਉਹੀ ਰੰਗ ਸਰੂਪ ਰਹਿਣਗੇ ਪੋਲਿਟਿਕਸ ਦੇ ਔਰ ਕਾਰਜ ਸ਼ੈਲੀ ਦੇ, ਫਿਰ ਤੁਹਾਡੇ ਲਈ ਕੋਈ ਬਿਹਤਰ ਕਰ ਸਕੇ, ਇਹ ਅਜੇ ਸ਼ੱਕ ਦੀ ਗੁੰਜਾਇਸ਼ ਇੱਥੇ। ਕਿਉਂਕਿ ਜਿੰਨੀ ਲੀਡਰਸ਼ਿਪ ਹੈ ਉਹ ਕਦੇ ਕਰਜ਼ ਨਹੀਂ ਦਿਖਾਉਂਦੀ, ਉਹ ਕਦੇ ਦਿਸਦੀ ਨਹੀਂ ਕਿ ਉਹ ਕਿਸੇ ਸਟੇਜ ਤੋਂ ਇਸ ਤਰ੍ਹਾਂ ਦੀ ਗੱਲ ਕਰੇ ਜਿਹਨੂੰ ਸਾਰ ਹੋ ਕੇ ਸੁਣਿਆ ਜਾ ਸਕੇ ਕਿ ਹਾਂ ਇਹ ਲੀਡਰ ਗੱਲ ਕਰ ਰਿਹਾ। ਇਹ ਕਾਫੀ ਵੱਡਾ ਮਾਮਲਾ ਬਣ ਗਿਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ ਜੀ।